ਕਿਵੇਂ ਉਸ ਸਮੇਂ ਦੇ ਵਿੱਚ ਵਿੱਦਿਆ ਹਾਸਲ ਕਰਕੇ ਕਾਮਯਾਬ ਹੋਏ, ਦੱਬੇ ਕੁਚਲੇ ਲਤਾੜੇ ਸਮਾਜ ਨੂੰ ਬਰਾਬਰਤਾ ਵਾਲੇ ਹੱਕ। संघर्ष करो ਬਿਲਕੁਲ ते जुड़ो। ਬਿਲकुल जी। ये एक गोल्डन प्रिंसिपल है। क्या करते हो हिंदी च बोले। ਕਾਂਚੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜੈ ਗੁਰਦੇਵ ਜੈ ਭੀਮ। ਉਸ ਮਹਾਨ ਲੀਡਰ ਨੂੰ ਅੱਜ ਰੂਬਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਮਹਾਨ ਲੀਡਰਾਂ ਨੇ ਸਮੇਂ-ਸਮੇਂ ਤੇ ਉਸ ਵੇਲੇ ਸਮਾਜ ਦੇ ਲਈ ਬਹੁਤ ਵੱਡੇ ਉਪਰਾਲੇ ਕੀਤੇ, ਸਮਾਜ ਨੂੰ ਜਾਗਰੂਕ ਕਰਨ ਦੇ ਵਾਸਤੇ, ਸਮਾਜ ਦੇ ਵਿੱਚ ਤਬਦੀਲੀ ਲੈ ਕੇ ਆਉਣ ਦੇ ਵਾਸਤੇ। ਤੇ ਜੇ ਗੱਲ ਕਰੀਏ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ ਜੋ ਅਸਲ ਮਿਸ਼ਨ ਸੀ, ਉਹਨੂੰ ਜਨ ਜਨ ਤੱਕ ਲੈ ਕੇ ਜਾਣ ਦੇ ਲਈ ਵੀ ਉਪਰਾਲੇ ਕੀਤੇ ਨੇ। ਕਿਵੇਂ ਉਸ ਸਮੇਂ ਦੇ ਵਿੱਚ ਵਿੱਦਿਆ ਹਾਸਲ ਕਰਕੇ ਕਾਮਯਾਬ ਹੋਏ, ਜਾਣਕਾਰੀ ਲਵਾਂਗੇ। ਤੇ ਕਿਹੜੀ ਮੂਵਮੈਂਟਸ ਦੇ ਵਿੱਚ ਇਹਨਾਂ ਨੇ ਕੰਮ ਕੀਤਾ, ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ। ਸਵਾਗਤ ਹੈ ਜੀ ਤੁਹਾਡਾ ਕਾਂਚੀ ਟੀਵੀ ਦੀ ਸਕਰੀਨ ਤੇ। थैंक यू वेरी मच। बहुत मेहरबानी। जय भीम जय जय गुरदेव। भारत। और सब ठीक ठाक हो? बिल्कुल ठीक है। गौरा जी बहुत ਤੁਹਾਡਾ ਧੰਨਵਾਦ। ਤੁਹਾਨੂੰ ਵੀ ਜੈ ਭੀਮ। ਸਾਰੇ ਸਮਾਜ ਨੂੰ ਧੰਨਵਾਦ। ਜੈ ਬਦੀ ਜੈ ਭੀਮ ਜੈ ਭਾਰਤ। ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਅਸੀਂ ਬਜ਼ੁਰਗਾਂ ਨੂੰ ਮਿਲਦੇ ਹਾਂ। ਹਾਂਜੀ, ਬਜ਼ੁਰਗਾਂ ਨੂੰ ਜਦੋਂ ਮਿਲਦੇ ਆ ਨਾ ਬੜੀ ਖੁਸ਼ੀ ਹੁੰਦੀ ਆ। ਹੁਣ ਬਜ਼ੁਰਗ ਹੋ ਗਏ। ਉਹ ਤਾਂ ਗੁੱਸਾ ਵੀ ਨਾ ਕਰ ਜਿਓ, ਬਜ਼ੁਰਗ ਕਹਿਤਾ। ਹੁਣ ਅਸੀਂ ਬਜ਼ੁਰਗ ਹੋ ਗਏ। ਹਾਂ, ਪਰ ਅਸੀਂ ਹਾਲੇ ਵੀ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਬੜੇ ਤਕੜੇ ਹਾਂ। ਜਵਾਨ ਹੈ। ਹਾਂ, ਕੀ ਬਾਤ ਹੈ, ਬਹੁਤ ਅੱਛੀ ਗੱਲ ਹੈ। ਉਮਰ ਭਾਵੇਂ ਵੱਧ ਜਾਵੇ, ਮੈਂ ਤਾਂ ਉਮਰ ਦੇ ਹਿਸਾਬ ਦੇ ਨਾਲ ਬਜ਼ੁਰਗ ਕਿਹਾ ਸੀਗਾ। ਉਮਰ ਦੇ ਹਿਸਾਬ ਨਾਲ ਉਹਦਾ ਦੇਖਣ ਨੂੰ ਤੁਸੀਂ ਨੌਜਵਾਨਾਂ ਨੂੰ ਵੀ ਪਿੱਛੇ ਛੱਡਦੇ ਆ। ਥੈਂਕ ਯੂ ਫਾਰ ਦੀ ਕੰਪਲੀਮੈਂਟ। ਧੰਨਵਾਦ ਜੀ। ਇਹਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਜ਼ੁਰਗ ਲੀਡਰ ਡਾਕਟਰ ਰਾਮ ਲਾਲ ਜੱਸੀ ਜੀ, ਜਿਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਹੁਣਾਂ ਦੇ ਦੁਆਰਾ ਉਸ ਵੇਲੇ ਜਿਹੜੀ ਰਾਜਨੀਤਿਕ ਇੱਕ ਫੈਡਰੇਸ਼ਨ, ਇੱਕ ਜਥੇਬੰਦੀ ਜਿਹੜੀ ਬਣਾਈ ਸੀਗੀ, ਸ਼ਡਿਊਲਡ ਕਾਸਟ ਫੈਡਰੇਸ਼ਨ, ਉਹਦੇ ਵਿੱਚ ਵੀ ਕੰਮ ਕੀਤਾ। ਤੇ ਉਸ ਤੋਂ ਬਾਅਦ ਰਿਪਬਲਿਕਨ ਪਾਰਟੀ ਜਿਹੜੀ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਹੁਣਾਂ ਨੇ ਖੁਦ ਬਣਾਈ ਸੀ, ਖਾਸ ਕਰਕੇ ਦੱਬੇ ਕੁਚਲੇ ਲਤਾੜੇ ਸਮਾਜ ਨੂੰ ਬਰਾਬਰਤਾ ਵਾਲੇ ਹੱਕ ਪ੍ਰਾਪਤ ਕਰਨ ਦੇ ਵਾਸਤੇ ਉਹ ਜਿਹੜੀ ਰਾਜਨੀਤਿਕ ਧਿਰ ਖੜੀ ਕੀਤੀ ਸੀ। ਤੇ ਖੜੀ ਕੀਤੀ ਸੀ ਕਿ ਜੋ ਸਾਡੇ ਦੇਸ਼ ਦਾ ਸਿਸਟਮ ਹੈ ਉਹਦੇ ਵਿੱਚ ਭਾਗੀਦਾਰੀ ਹੋਣੀ ਚਾਹੀਦੀ ਹੈ। ਤੇ ਅੱਜ ਆਪਾਂ ਖੁੱਲ੍ਹ ਕੇ ਗੱਲਾਂ ਕਰਾਂਗੇ। ਬਜ਼ੁਰਗ ਕਹਿਣ ਤੇ ਤਾਂ ਪਹਿਲਾਂ ਗੁੱਸਾ ਕਰ ਗਏ ਸੀਗੇ। ਨਹੀਂ ਗੁੱਸਾ ਨਹੀਂ ਕੀਤਾ। ਤੇ ਹੁਣ ਮੈਂ ਡਾਕਟਰ ਸਾਹਿਬ ਕਹਿ ਦੇਣਾ। ਡਾਕਟਰ ਸਾਹਿਬ, ਬੜਾ ਆਨੰਦ ਆ ਰਿਹਾ ਜੀ ਤੁਹਾਡੇ ਨਾਲ ਗੱਲ ਕਰਕੇ। ਕਿ ਇਸ ਕਰਕੇ ਵੀ ਆ ਰਿਹਾ ਕਿਉਂਕਿ ਤੁਸੀਂ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦੀ ਮੂਵਮੈਂਟ ਦੇ ਵਿੱਚ ਕੰਮ ਕੀਤਾ, ਉਹਨਾਂ ਜਥੇਬੰਦੀਆਂ 'ਚ ਕੰਮ ਕੀਤਾ ਔਰ ਬਹੁਜਨ ਸਮਾਜ ਦੇ ਵਾਸਤੇ ਕੰਮ ਕੀਤਾ। ਤੁਹਾਡੇ ਵਰਗੇ ਲੀਡਰ ਜਿਹੜੇ ਹੈ ਉਹ ਅੱਜ ਵੀ ਹੋਣ ਤੇ ਅੱਜ ਵੀ ਮੂਵਮੈਂਟ ਜਿਹੜੀ ਹੈ ਕਿਤੇ ਦੀ ਕਿਤੇ ਜਾ ਸਕਦੀ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣੇ ਜੀਵਨ ਦੇ ਬਾਰੇ ਜਾਣਕਾਰੀ ਦੱਸੋ ਵੀ ਤੁਸੀਂ ਕਿੱਥੋਂ ਤੱਕ ਪੜ੍ਹਾਈ ਕੀਤੀ, ਉਹ ਵੀ ਉਹਨਾਂ ਹਾਲਾਤਾਂ ਦੇ ਵਿੱਚ। ਗੁਰਾ ਜੀ, ਮੈਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਵਰਗੀ ਨਾਚੀਜ਼ ਨੂੰ ਪਛਾਣਿਆ ਔਰ ਤੁਸੀਂ ਇਹ ਕਿਹਾ ਕਿ ਡਾਕਟਰ ਸਾਹਿਬ ਨੂੰ ਅਸੀਂ ਕਾਂਚੀ ਟੀਵੀ 'ਤੇ ਲਿਆਉਣਾ ਚਾਹੁੰਦੇ ਹਾਂ ਜੀ। ਤੇ ਇਹਨਾਂ ਕੋਲੋਂ ਜੋ ਕੁਛ ਇਹਨਾਂ ਨੇ ਜੀਵਨ 'ਚ ਖੱਟਿਆ ਕਮਾਇਆ ਜੀ, ਉਹ ਜੀ ਜਾਣਕਾਰੀ ਅਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ। ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਤੁਹਾਡਾ। ਗੁਰਾ ਜੀ, ਮੇਰੇ ਪਿਤਾ ਜੀ ਕਰਤਾਰਪੁਰ ਹਲਕੇ ਦੇ ਵਿੱਚ ਇੱਕ ਪਿੰਡ ਹੈ, ਬਹੁਤ ਨੌਨ ਡਿਸਟ੍ਰਿਕਟ ਜਿਹਨੂੰ ਅੰਗਰੇਜ਼ੀ ਕਹਿੰਦੇ ਆ, ਜਿਹਦਾ ਕੋਈ ਥੋ ਪਤਾ ਨਾ ਹੋਵੇ ਜੀ। ਉਸ ਪਿੰਡ ਵਿੱਚ ਸਾਡੇ ਬਜ਼ੁਰਗਾਂ ਦਾ ਜਨਮ ਹੋਇਆ ਸੀ ਤੇ ਉਹਦਾ ਨਾਂ ਹੈ ਪਿੰਡ ਕਾਲਾ ਬਾਈਆਂ। ਠੀਕ ਹੈ ਜੀ, ਕਾਲਾ ਬਾਈਆਂ। ਹਾਂ, ਠੀਕ ਹੈ ਜੀ। ਤੇ ਮੇਰੇ ਪਿਤਾ ਜੀ ਔਰਫਨ ਹੋ ਗਏ ਸੀਗੇ ਜਦੋਂ ਉਹ ਛੋਟੇ ਜਿਹੇ ਸੀਗੇ। ਦੋ ਭਰਾ ਸੀਗੇ, ਦੋਨੇ ਔਰਫਨ ਹੋ ਗਏ। ਮਾਂ ਪਿਓ ਮਰ ਗਿਆ ਉਹਨਾਂ ਦੀ ਛੋਟੀ ਉਮਰ ਦੇ ਵਿੱਚ ਹੀ। ਜੀ ਜੀ। ਤੇ ਉਹਨਾਂ ਦੀ ਭੈਣ ਨੇ ਉਹਨਾਂ ਨੂੰ ਪਾਲਿਆ, ਮੇਰੀ ਭੂਆ ਜੀ ਨੇ ਮਤਲਬ। ਠੀਕ ਹੈ ਜੀ। ਉਹ ਜਦੋਂ ਜਵਾਨ ਹੋ ਗਏ ਤੇ ਮੇਰਾ ਪਿਤਾ ਜੀ ਦੀ ਸ਼ਾਦੀ ਹੋਣੀ ਸੀ, ਹੋ ਗਈ ਜੀ। ਉਹਨਾਂ ਦੀ ਸ਼ਾਦੀ ਹੋ ਗਈ ਜਲੰਧਰ ਸ਼ਹਿਰ ਦੇ ਵਿੱਚ ਪਿੰਡ ਲਾਡੋਵਾਲੀ ਆ। ਹਾਂਜੀ, ਬਹੁਤ ਮਸ਼ਹੂਰ ਕਲੋਨੀ ਹੈ। ਠੀਕ ਹੈ ਜੀ। ਉੱਥੇ ਉਹਨਾਂ ਦੀ ਸ਼ਾਦੀ ਹੋ ਗਈ।
ਮੇਰੀ ਮਦਰ ਜਿਹੜੀ ਹੋਣ ਵਾਲੀ ਸੀ ਮਦਰ, ਉਹ ਆਪਣੀ ਵਾਈਫ ਨੂੰ ਨਾਲ ਲੈ ਕੇ ਪਿੰਡ ਆ ਗਏ। ਪਿੰਡ ਆ ਕੇ ਉਹਨਾਂ ਨੇ ਦਿਹਾੜੀ ਦੱਪਾ ਕਰਦਾ ਸੀ ਮੇਰਾ ਪਿਤਾ ਜੀ। ਉਸ ਵੇਲੇ ਜਲੰਧਰ ਵਿੱਚ ਪੈਦਲ ਤੁਰ ਕੇ ਆਉਣਾ ਤੇ ਪੈਦਲ ਜਾਣਾ ਲੱਡਵਾਲੀ ਨੂੰ, ਆ ਉਤੋਂ ਨਹੀਂ ਕਾਲਾ ਬਾਈਆਂ ਤੋਂ, ਕਾਲਾ ਵਾਹੀਆਂ ਤੋਂ, ਕਾਲਾ ਬਾਈਆਂ ਤੋਂ। ਠੀਕ ਹੈ ਜੀ। ਤੇ ਉਦੋਂ 4 ਆਨੇ ਦਿਹਾੜੀ ਸੀ, ਇੱਕ ਚਵਾਨੀ। ਤੇ ਉਹਦੇ ਨਾਲ ਉਹਨਾਂ ਨੇ ਵਿਆਹ ਹੋ ਗਿਆ ਉਹਨਾਂ ਦਾ ਸਭ। ਔਰ ਵਿਆਹ ਹੋਣ ਤੋਂ ਬਾਅਦ ਮੇਰੇ ਵੱਡੇ ਜਿਹੜੇ ਆ ਉਹ 3 ਭਰਾ ਸੀ, ਮੈਂ ਚੌਥਾ ਜੀ। 4 ਸਾਡੀਆਂ ਭੈਣਾਂ, ਸਭ ਤੋਂ ਵੱਡੀ ਸਾਡੀ ਵੱਡੀ ਭੈਣ ਸੀ, ਉਹ ਸਾਰੀਆਂ ਖਤਮ ਹੋ ਗਈਆਂ। ਮੇਰੇ ਬ੍ਰਦਰ ਵੀ ਸਾਰੇ ਖਤਮ ਹੋ ਗਏ ਹੁਣ ਜੀ, ਤੱਕ, ਮੈਂ ਇਕੱਲਾ ਜਿੰਦਾ ਹੁਣ। ਜੀ ਜੀ। ਤੇ ਮੇਰੇ ਨਾਨਾ ਜੀ ਨੇ ਸੋਚਿਆ, ਉਹ ਕੋਈ ਵਪਾਰੀ ਸੋਚ ਦੇ ਆਦਮੀ ਸੀ, ਉਹ ਡੂਨੇ ਬਣਾਉਂਦੇ ਹੁੰਦੇ ਸੀ ਪੱਤਲਾਂ ਦੇ। ਔਰ ਉਹ ਥੋੜ੍ਹੇ ਕੁ ਉਹਨਾਂ ਦੀ ਆਰਥਿਕ ਤੌਰ 'ਤੇ ਕੁਝ ਚੰਗੇ ਸੀਗੇ ਕੁਛ। ਉਹਨੇ ਸੋਚਿਆ ਕਿ ਜੇ ਸਾਡੀ ਲੜਕੀ ਪਿੰਡ 'ਚ ਹੀ ਰਹੀ ਤਾਂ ਸਾਡੇ ਜਿਹੜੇ ਦੋਤੇ ਪੋਤੇ ਆ ਉਹ ਪੜ੍ਹ ਨਹੀਂ ਸਕਣਗੇ। ਉਹਨੇ ਫੈਸਲਾ ਕੀਤਾ ਕਿ ਆਪਣੀ ਲੜਕੀ ਨੂੰ ਜਲੰਧਰ ਲੈ ਆਈਏ। ਜੀ। ਮੇਰੇ ਪਿਤਾ ਜੀ ਨੂੰ ਵੀ ਜਲੰਧਰ ਲੈ ਆਂਦਾ ਉਹਨਾਂ ਨੇ ਜੀ। ਇੱਥੇ ਜਗ੍ਹਾ ਖਰੀਦ ਕੇ ਰਾਮਨਗਰ ਸਾਨੂੰ ਉਹਨਾਂ ਨੇ ਮਕਾਨ ਬਣਾ ਦਿੱਤਾ। ਔਰ ਉਹ ਮਕਾਨ ਬਣਾ ਕੇ ਮੇਰਾ ਜਨਮ ਇੱਥੇ ਹੋਇਆ ਜੀ, ਰਾਮਨਗਰ। ਜੀ। ਮੈਂ ਗੁਰਾ ਜੀ, ਸਾਡੀ ਫੈਮਿਲੀ ਜਿਹੜੀ ਆ, ਮੇਰੇ ਤਾਇਆ ਜੀ ਤੇ ਮੇਰੇ ਪਿਤਾ ਜੀ, ਇਹ 2 ਸਕੇ ਭਰਾ ਸੀ। ਇਹ ਦੋਨੇ ਹੀ ਬਾਊ ਮੰਗੂ ਰਾਮ ਦੀ ਮੂਵਮੈਂਟ ਦੇ ਵਿੱਚ ਉਹਨਾਂ ਨੇ ਥੋੜ੍ਹਾ ਹਿੱਸਾ ਲਿਆ ਸੀ ਜੀ। ਉਹਦੇ ਨਾਲ ਉਸ ਜ਼ਮਾਨੇ ਵਿੱਚ ਸਾਡੇ ਲੋਕਾਂ ਦੇ ਵਿੱਚ ਪ੍ਰਸਾਰ ਹੋ ਗਿਆ ਕਿ ਗਾਂਧੀ ਜਿਹੜਾ ਆ ਉਹ ਸਾਡੇ ਹੱਕਾਂ ਦੀ ਰਖਵਾਲੀ ਨਹੀਂ ਕਰ ਰਿਹਾ, ਸਾਡੇ ਵਿਰੁੱਧ ਚੱਲ ਰਿਹਾ ਹੈ। ਤੇ ਡਾਕਟਰ ਅੰਬੇਡਕਰ ਕੋਈ ਆਪਣਾ ਸਾਡਾ ਲੀਡਰ ਐਸਾ ਹੋਇਆ ਜੀ, ਜਿਹੜਾ ਗਾਂਧੀ ਦਾ ਮੂੰਹ ਤੋੜ ਜਵਾਬ ਦੇ ਰਿਹਾ ਹੈ। ਜੀ। ਉਹ ਲੋਕ ਸਾਡੇ ਬੜੇ ਪ੍ਰਭਾਵਿਤ ਹੋਏ। ਤੇ ਉਹ ਮੂਵਮੈਂਟ ਜਿਹੜੀ ਸੀ ਮੰਗੂ ਰਾਮ ਦੀ, ਉਹਨਾਂ ਥੋੜਾ ਕੁ ਜਾਗ ਲਗਾਇਆ ਸੀ, ਜੀ, ਰੋਸ਼ਨੀ ਸੀ। ਜੀ। ਤੇ ਜਦੋਂ ਡਾਕਟਰ ਅੰਬੇਡਕਰ ਸਾਹਿਬ ਦਾ ਨਾਂ ਆਇਆ ਤਾਂ ਸਾਡੇ ਲੋਕ ਧੜਾ ਧੜ ਉਹਨਾਂ ਨਾਲ ਜੁੜ ਗਏ। ਮੈਨੂੰ ਯਾਦ ਆ ਚੰਗੀ ਤਰ੍ਹਾਂ, ਮੈਂ ਉਦੋਂ ਕੋਈ 10-11 ਸਾਲ ਦਾ ਸੀ। ਮੈਂ ਉਦੋਂ 5ਵੀਂ 'ਚ ਪੜ੍ਹਦਾ ਸੀ, 5th ਕਲਾਸ ਸਟੂਡੈਂਟ। ਜੀ। ਤੇ ਰੌਲਾ ਪੈ ਗਿਆ ਸਾਡੇ ਜਲੰਧਰ ਦੇ ਵਿੱਚ ਕਿ ਡਾਕਟਰ ਅੰਬੇਡਕਰ ਸਾਹਿਬ ਜਲੰਧਰ ਆ ਰਹੇ ਆ। ਹਾਂ, ਠੀਕ ਹੈ। ਮੇਰੇ ਕੰਨਾਂ 'ਚ ਜਦੋਂ ਗੱਲ ਆਈ ਤਾਂ ਮੈਂ ਵੀ ਬੜੀ ਉਤਸੁਕਤਾ ਪੈਦਾ ਹੋ ਗਈ ਹਾਂ, ਕਿ ਵੀ ਮੈਂ ਜ਼ਰੂਰ ਦਰਸ਼ਨ ਕਰਨੇ ਉਹਨਾਂ ਦੇ। ਜੀ। ਮੈਂ ਗੁਰਾ ਜੀ, ਜਦੋਂ ਡਾਕਟਰ ਅੰਬੇਡਕਰ ਸਾਹਿਬ 1951-52 ਦੀ ਗੱਲ ਹੈ, DAV ਕਾਲਜ ਆਏ ਸੀ। DAV ਕਾਲਜ ਦੇ ਵਿੱਚ ਉਹਨਾਂ ਨੇ ਪ੍ਰਿੰਸੀਪਲ ਨੇ ਉਹਨਾਂ ਨੂੰ ਬੇਨਤੀ ਕੀਤੀ, ਕਿਉਂਕਿ ਉਹ ਹਿੰਦੁਸਤਾਨ ਦਾ ਕਾਨੂੰਨ ਲਿਖਿਆ ਸੀ ਉਹਨਾਂ ਨੇ। ਤੇ ਉਹ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੂੰ ਬੇਨਤੀ ਕੀਤੀ, ਉਹ ਅੰਮ੍ਰਿਤਸਰੋਂ ਆ ਰਹੇ ਸੀਗੇ, ਵੀ ਤੁਸੀਂ ਕਾਈਂਡਲੀ ਬਾਬਾ ਸਾਹਿਬ ਮਿਹਰਬਾਨੀ ਸਾਡੀ ਮਿਹਨਤ ਮੰਨੋ ਕਿ ਸਾਡੇ ਕਾਲਜ ਵਿੱਚ ਆ ਕੇ ਸਟੂਡੈਂਟਸ ਨੂੰ ਐਡਰੈਸ ਕਰੋ। ਜੀ। ਜੀ। ਬਾਬਾ ਸਾਹਿਬ ਨੇ ਉਹ ਉਹਨਾਂ ਦੀ ਗੱਲ ਮੰਨ ਲਈ ਤੇ ਉਹ ਆ ਗਏ। ਜਦੋਂ ਆ ਗਏ DAV ਕਾਲਜ ਆ ਗਏ, DAV ਕਾਲਜ ਤੋਂ ਉਹਨਾਂ ਨੇ ਆਪਣੇ ਇੱਕ ਭਾਸ਼ਣ, ਇਤਿਹਾਸਕ ਭਾਸ਼ਣ ਦਿੱਤਾ, ਉਹ ਛਪਿਆ ਆ। ਉਹ ਹੁਣ ਮੈਨੂੰ ਯਾਦ ਚੰਗੀ ਤਰ੍ਹਾਂ ਕਿ ਉਹਨੇ ਭਾਸ਼ਣ ਦਿੱਤਾ ਸੀਗਾ, ਫਿਊਚਰ ਆਫ ਪਾਰਲੀਮੈਂਟਰੀ ਡੈਮੋਕ੍ਰੇਸੀ ਇਨ ਇੰਡੀਆ। ਭਾਰਤ ਦੇ ਵਿੱਚ ਪ੍ਰਜਾਤੰਤਰ ਦੀ ਰਾਜ ਪ੍ਰਣਾਲੀ ਦਾ ਭਵਿੱਖ। ਜੀ। ਜੀ। ਉਹ ਜਦੋਂ ਉੱਥੇ ਆਏ ਤਾਂ ਬੜੀ ਦੁਨੀਆ ਉੱਥੇ ਇਕੱਠੀ ਹੋ ਗਈ, ਰੌਲਾ ਪੈ ਗਿਆ ਵੀ ਡਾਕਟਰ ਅੰਬੇਡਕਰ ਸਾਹਿਬ ਆਏ ਆ। DAV ਕਾਲਜ ਵਿੱਚ ਦੁਨੀਆ ਆਲੇ ਦੁਆਲੇ ਇਕੱਠੀ ਹੋ ਗਈ। ਉਸ ਤੋਂ ਬਾਅਦ ਵੋਟਾਂ ਮੰਡੀ ਜਾਣਾ ਸੀ ਉਹਨਾਂ ਨੇ। ਤੇ ਉਹ ਜਦੋਂ ਅਸੀਂ ਉੱਥੇ ਇਕੱਠੇ ਹੋਏ ਸੀ ਤਾਂ ਮੈਂ ਪਿਤਾ ਜੀ ਨੂੰ ਕਿਹਾ, ਮੈਂ ਜ਼ਰੂਰ ਜਾਣਾ। ਮੇਰਾ ਭਾਈਆ ਮੈਨੂੰ ਕਹਿਣ ਲੱਗਾ ਵੀ ਤੂੰ ਉੱਥੇ ਮਰ ਜਾਣਾ, ਉੱਥੇ ਇੰਨੀ ਦੁਨੀਆ ਆਈ ਹੋਣੀ ਹੈ, ਤੂੰ ਛੋਟਾ ਜਿਹਾ ਹੈਗਾ, ਤੇਰੇ ਥੱਲੇ ਆ ਜਾਏਗਾ, ਥੱਲੇ ਲੋਕਾਂ ਦੇ। ਕਿੰਨੀ ਕੁ ਉਮਰ ਸੀ ਤੁਹਾਡੀ ਉਸ ਵੇਲੇ? ਉਸ ਵੇਲੇ ਮੈਂ ਕੋਈ 10-11 ਸਾਲ ਦਾ ਸੀ। ਠੀਕ ਹੈ। ਤੇ ਮੈਨੂੰ ਉਤਸੁਕਤਾ ਬੜੀ ਸੀ, ਮੈਂ ਕਿਹਾ ਚਾਹੇ ਉੜ ਕੇ ਚੱਲ ਜਾਵਾਂ, ਜਿੱਦਾਂ ਮਰਜ਼ੀ ਜਾਣਾ ਜ਼ਰੂਰ ਹੈ। ਤੇ ਮੈਂ ਨੰਗੇ ਪੈਰੀ
ਭਾਈਆ ਨੇ ਮੈਨੂੰ ਰੋਕਤਾ ਵੀ ਤੂੰ ਜਾਣਾ ਨਹੀਂ। ਹਾਂ। ਭਾਈਆ ਮੇਰਾ ਕੌੜਾ ਸੀ ਇਸ ਗੱਲ ਦੇ ਉੱਤੇ। ਉਹ ਕਹਿੰਦਾ ਵੀ ਉਹ ਤੇਰਾ ਨੁਕਸਾਨ ਹੋ ਜਾਊਗਾ, ਗਵਾਚ ਜਾਏਗਾ ਉੱਥੇ, ਦੁਨੀਆ ਬਹੁਤ ਆਈ ਹੈ ਉੱਥੇ। ਮੈਂ ਕਿਹਾ ਭਾਈ ਹੁਣੀ ਚਲੇ ਗਏ। ਜਦੋਂ ਉਹ ਨਾ 200-400 ਫੁੱਟ ਗਏ ਤਾਂ ਮੈਂ ਘਰੋਂ ਨਿਕਲ ਕੇ ਦੂਏ ਪਾਸੇ ਦੀ ਬਿਹੀ ਵੱਜਦੀ ਮੈਂ DAV ਕਾਲਜ ਪਹੁੰਚ ਗਿਆ। ਜਦੋਂ ਉੱਥੇ ਪਹੁੰਚ ਗਿਆ ਤੇ ਇੱਕ ਡਰਾਂ ਵੀ ਮੇਰਾ ਭਾਈਆ ਕਿਤੇ ਰਾਹ 'ਚ ਨਾ ਮਿਲ ਪਵੇ ਮੈਨੂੰ। ਹਾਂ। ਤੇ ਗੁਰਾ ਜੀ ਉੱਥੇ ਮੈਂ ਜਦੋਂ ਦੇਖਿਆ ਤੇ ਦੁਨੀਆ ਵਾਕਿਆ ਹੀ ਬਹੁਤ, ਉੱਥੇ ਭੀੜ ਬੜੀ ਉੱਥੇ। ਤੇ ਜਦ ਨੂੰ ਰੌਲਾ ਪੈ ਗਿਆ ਕਿ ਡਾਕਟਰ ਅੰਬੇਡਕਰ ਸਾਹਿਬ ਕਾਲਜ ਚੋਂ ਬਾਹਰ ਆ ਰਹੇ ਲੈਕਚਰ ਕਰਕੇ। ਹਾਂ। ਲੋਕਾਂ ਜੋ ਡਾਕਟਰ ਅੰਬੇਡਕਰ ਜਿੰਦਾਬਾਦ ਜਿੰਦਾ ਬਹੁਤ ਗੂੰਜਾਂ ਪੈ ਗਈਆਂ। ਤੇ ਮੈਂ ਵੀ ਕੰਨ ਖੜੇ ਕਰ ਲਿਆ ਵੀ ਮੈਂ ਹੁਣ ਨਾਓ ਇਜ਼ ਦੀ ਚਾਂਸ ਟੂ ਮੀਟ ਦੀ ਗ੍ਰੇਟ ਮੈਨ। ਤੇ ਉਹ ਜਦੋਂ ਉੱਥੇ ਕੋਲ ਆ ਗਏ ਨਾ ਤਾਂ ਉੱਥੇ ਰੇਲਵੇ ਲਾਈਨ ਹੈ ਇੱਕ ਜੀ, ਕਪੂਰਥਲੇ ਦੀ। ਹਾਂਜੀ। ਉਹ ਜਿਸ ਵੇਲੇ ਬਾਬਾ ਸਾਹਿਬ ਦੀ ਗੱਡੀ ਉੱਤੇ ਆਈ ਤੇ ਨਾਲ ਹੀ ਫਾਟਕ ਬੰਦ ਹੋ ਗਿਆ। ਹਾਂ, ਫਾਟਕ ਵੀ ਬੰਦ ਹੋ ਗਿਆ ਨਾਲ। ਅਚਾਨਕ ਮੈਂ ਕਿਹਾ ਫਾਟਕ ਬੰਦ ਹੋ ਗਿਆ, ਹੁਣ ਮੌਕਾ ਮਿਲ ਗਿਆ ਮੈਨੂੰ। ਹਾਂ। ਲੋਕ ਨਾ ਭੀੜ ਆ ਗਈ, ਇਕੱਠੀ ਹੋ ਗਈ। ਤੇ ਮੈਂ ਹੀ ਕੀਤਾ ਲੋਕਾਂ ਦੇ ਨਾ ਲੱਤਾਂ ਦੇ ਵਿੱਚ ਦੀ ਬੜਦਾ ਕੋਡਾ ਜਿਹਾ ਹੋ ਕੇ ਤੇ ਮੈਂ ਗੱਡੀ ਦੇ ਕੋਲ ਜਾ ਕੇ ਗੱਡੀ ਦੇ ਨੇੜੇ ਚਲੇ ਗਏ। ਨੇੜੇੋਂ ਤੱਕਿਆ ਤੁਸੀਂ? ਬਿਊਕ ਗੱਡੀ ਉਹਨੂੰ ਕਹਿੰਦੇ ਸੀ, ਮੈਨੂੰ ਬਾਅਦ ਚ ਪਤਾ ਲੱਗਾ ਬਿਊਕ ਲਈ ਸੀ ਆਪਣੇ ਸੇਠ ਕਿਸ਼ਨ ਚੰਦ ਨੇ। ਜੀ ਜੀ ਜੀ। ਉਹ ਬੜੇ ਰਿਪਬਲਿਕਨ ਪਾਰਟੀ ਦੇ ਬਹੁਤ ਵੱਡੇ ਲੀਡਰ ਸੀ। ਜੀ ਜੀ ਜੀ। ਤੇ ਉਹ ਮੈਂ ਬਾਬਾ, ਉਹ ਤਾਕੀ ਖੁੱਲੀ ਸੀ, ਲੋਕ ਦਰਸ਼ਨ ਕਰ ਰਹੇ ਸੀ। ਮੈਂ ਆਪਣਾ ਸਿਰਾਂ ਵੇਚ ਦੇਤਾ ਤਾਕੀ ਦੇ। ਬਾਬਾ ਸਾਹਿਬ ਹੋਰਲੇ ਪਾਸੇ ਬੈਠੇ ਸੀ, ਸੂਟ ਪਾਇਆ ਸੀ ਉਹਨਾਂ ਨੇ, ਬਾਲ ਪਿੱਛੇ ਨੂੰ ਪਾਏ ਸੀ। ਹਾਂ। ਤੇ ਮੈਂ ਸਿਰ ਰੱਖਤਾ ਉੱਤੇ ਗੋਡਿਆਂ ਦੇ ਉੱਤੇ। ਓ ਮੈਨੂੰ ਕਹਿਣ ਲੱਗੇ ਇੱਦਾਂ, ਕਹਿੰਦੇ ਬਈ ਕਿਆ ਕਰਤੇ ਹੋ, ਹਿੰਦੀ 'ਚ ਬੋਲੇ। ਮੈਨੂੰ ਹੁਣ ਯਾਦ ਹੈ ਚੰਗੀ ਤਰ੍ਹਾਂ। ਮੈਂ ਕਿਹਾ ਜੀ ਪੜ੍ਹਦਾ। ਪੜ੍ਹਦੇ ਜਾਓ, ਪੜ੍ਹਦੇ ਜਾਓ, पढ़ते जाओ। 3 बार उन्होंने कहा। वाह। जब तक तुम आप मंजिल पर नहीं पहुंच जाते पढ़ना छोड़ना नहीं, तब तक पढ़ते जाओ। मैं समझा भी मेरा मैनू मैसेज मिल गया, आशीर्वाद मिल गया। मैं बड़ा खुश है। मैं दर्शन करने मैं तो कर ले दर्शन। हाँ। मैं गुरु जी आ गया। जब मैं घर आया तो मेरी उत्सुकता घटी नहीं। फिर जो चले गया उत्थे जिथे बाबा साहब ने आना सी, जलंधर बूटा मंडी। बहुत बड़ा पंडाल लग्या सी, दुनिया बड़ी आई सी। मैनू चंगी तरह याद है, लोग आए सी हिमाचल प्रदेश चों, ऊने तो, कांगड़े तो, हमीरपुर तो। बिस्तरे बनो, बिस्तरे बन के आए, फिर रात रहना पैना, पहला ही आ गए। इन्नी उत्सुकता सी बाबा साहब के बारे। तो मैं उत्थे भी चला गया। उत्थे सानू गांह तक की जाना सीगा। असीं लैक्चर सुनिया उन्होंने भाषण के अंश मैनू एक थोड़ा की याद है। अच्छा। उन्होंने कहा सीगा भी तुहाडीआं तकलीफां ताईं टुट सकदियां जे तुसीं एक प्लेटफॉर्म ते इकट्ठे हो जाओ। हाँ ठीक है। तो मैं तुहाडी लड़ाई लड़ी है। अच्छा। तो तुहानूं मैं काल दिना कि तुसीं हुण रास्ता साफ हो गया, हुण पढ़ो जिन्ना पढ़ हुंदा। बाबे इन्नी गल मैं वापस आ गया। तो मेरा कहने का भाव यह है भी मैं अपने आप को बड़ा भागशाली समझ रहा भी सेंचुरी का, शताब्दी का ग्रेटेस्ट मैन जिहड़ा सी उहदे दर्शन किए। मैं उन्हां तो आशीर्वाद लिया। तो मैनू बड़ा, मैं बड़े फख्र नाल गल कई बार स्टेजां ते भी कहना, पहला भी कही है, अज भी मैं दोहराउणा कि मैनू बड़ा फख्र इस गल का कि मैं उस महान पुरुष के आशीर्वाद लिया उन्होंने को और थापना ली। उन्होंने मेरी पिठ से हाथ रखे। क्या बात है जी, क्या तो बात है। अज भी मैं बड़ा गदगद हो जाता। इदां दे लीडर नहीं पैदा हो सकते। इन्ना तप तेज सी उन्होंने फेस के उत्ते, मूँह के उत्ते कि तुसीं अखां नाल अखां नहीं कर सकते उन्हां नाल। इन्ना उन्होंने जोर सीगा उन्होंने फेस के उत्ते। बिल्कुल बिल्कुल है जी जी तो ये जुड़े तो असीं उन्होंने पहला भी सीगे, गल्लां चलदियां हुंदियां सीगियां। जी जी जी। तो उस तो बाद जदों असीं मैं पढ़ गया, मैं DAV कालेज तो FSC की,
ਮੈਡੀਕਲ ਦੀ ਉਸ ਜ਼ਮਾਨੇ 'ਚ ਜੀ ਆਰਥਿਕ ਕਮਜ਼ੋਰੀ ਕਰਕੇ MBBS ਨਹੀਂ ਕਰ ਸਕਿਆ, ਜੀ ਪਰ ਫਿਰ ਵੀ ਮੈਂ ਆਪਣਾ ਇਰਾਦਾ ਨਹੀਂ ਛੱਡਿਆ। ਮੈਂ ਨਾਰਥ ਇੰਡੀਆ ਦਾ ਸਭ ਤੋਂ ਬੈਸਟ ਆਯੁਰਵੈਦਿਕ ਕਾਲਜ ਜਿਹੜਾ ਲਾਹੌਰ ਹੁੰਦਾ ਸੀਗਾ, ਉਹ ਦਇਆਨੰਦ ਆਯੁਰਵੈਦਿਕ ਕਾਲਜ ਜਲੰਧਰ ਸੀਗਾ, ਮੈਂ ਉੱਥੇ ਪ੍ਰਵੇਸ਼ ਪਾ ਲਿਆ। ਜੀ ਉੱਥੋਂ ਮੈਂ ਆਯੁਰਵੇਦਾਚਾਰੀਆ ਸ਼ਾਸਤਰੀ ਬਣ ਗਿਆ। 5 ਸਾਲ ਮੈਂ ਕੋਰਸ ਕੀਤਾ, ਡਾਕਟਰ ਬਣ ਗਿਆ। ਔਰ ਡਾਕਟਰ ਬਣਨ ਤੋਂ ਬਾਅਦ ਉਸ ਵੇਲੇ ਇਹ 1962 64 ਦੀ ਗੱਲ ਹੈ, ਜੀ 67 ਵਿੱਚ ਮੈਂ ਡਾਕਟਰ ਬਣ ਗਿਆ ਸੀ। ਜੀ ਤੇ 67 ਦੇ ਵਿੱਚ ਪਿਆਰਾ ਰਾਮ ਧੈਨੋਵਾਲੀ ਹਾਂ ਜਿਹੜਾ ਰਿਪਬਲਿਕਨ ਪਾਰਟੀ ਦਾ ਜਨਰਲ ਸਕੱਤਰ ਸੀ, ਬੜਾ ਸਾਊ ਆਦਮੀ ਸੀ, ਜੀ ਬੜਾ ਇਮਾਨਦਾਰ ਆਦਮੀ ਸੀ, ਜੀ ਬੜਾ ਲੋ ਪ੍ਰੋਫਾਈਲ ਰੱਖਦਾ ਸੀ, ਨਿਮਰ ਬਹੁਤ ਸੀਗਾ, ਬੋਲਣ ਦਾ ਤਰੀਕਾ ਬਹੁਤ ਅੱਛਾ ਸੀ, ਪਰ ਉਹ ਬਾਬਾ ਸਾਹਿਬ ਦੀ ਮੂਵਮੈਂਟ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਸੀ। ਠੀਕ ਹੈ ਜੀ। ਤੇ ਉਹ ਇਲੈਕਸ਼ਨ ਲੜਿਆ ਸੀ ਕਰਤਾਰਪੁਰੋਂ ਰਿਜ਼ਰਵ ਸੀਟ ਤੇ। ਜੀ ਉਹਨੇ ਪਹਿਲੀ ਕਈ ਵਾਰੀ ਵਿਚਾਰਾ ਲੜਿਆ, ਕਈ ਵਾਰੀ ਹਰਿਆ। ਜੀ ਉਹ ਜਦੋਂ 1967 ਵਿੱਚ ਫਿਰ ਉਹ ਜਿੱਤਿਆ ਤੇ ਜਿੱਤ ਕੇ MLA ਬਣਿਆ, ਨਾਲ ਹੀ MLA ਬਣ ਕੇ ਵਜ਼ੀਰ ਬਣ ਗਿਆ। ਵਾਹ ਜੀ ਵਾਹ। ਹਾਂ ਜੀ ਤੇ ਉਹ ਉਦੋਂ ਗੌਰਮੈਂਟ ਬਣ ਗਈ ਜਸਟਿਸ ਗੁਰਨਾਮ ਸਿੰਘ ਦੀ। ਜੀ ਜਸਟਿਸ ਗੁਰਨਾਮ ਸਿੰਘ ਵੀ ਚੰਗਾ ਆਦਮੀ ਸੀ। ਉਹਦੀ ਗੌਰਮੈਂਟ ਦੇ ਵਿੱਚ ਪਿਆਰਾ ਰਾਮ ਢਿੱਲੋਂ ਜਿਹੜਾ ਸੋਸ਼ਲ ਵੈਲਫੇਅਰ ਮਿਨਿਸਟਰ ਬਣ ਗਿਆ। ਜੀ ਜਦੋਂ ਬਣ ਗਿਆ ਤੇ ਉਹ ਮਿਨਿਸਟਰ ਬਣ ਕੇ ਆਇਆ ਜਲੰਧਰ। ਸਾਡੇ ਮੇਰੇ ਮੁਹੱਲੇ ਦੇ ਵਰਕਰ ਬਹੁਤ ਉਹਦੇ ਜ਼ਿਆਦਾ ਸੀਗੇ। ਉਹ ਕਿਹਦਾ ਨਾਂ ਲਵਾਂ, ਬੜੇ ਅੱਛੇ ਵਰਕਰ ਸੀ। ਤਾਂ ਉਹ ਇੱਥੇ ਮਿਲਣ ਆਇਆ ਸਾਨੂੰ, ਤੇ ਮੈਨੂੰ ਕਹਿਣ ਲੱਗਾ, ਵਰਕਰਾਂ ਨੂੰ ਕਹਿਣ ਲੱਗਾ, ਯਾਰ ਇਹ ਮੁੰਡਾ ਡਾਕਟਰ ਬਣ ਗਿਆ, ਪਾਰਟੀ ਦਾ ਵਫਾਦਾਰ ਹੈ, ਡਾਕਟਰ ਅੰਬੇਡਕਰ ਸਾਹਿਬ ਦੇ ਬਾਰੇ ਜਾਣਦਾ ਸਭ ਕੁਝ, ਤੇ ਮੈਂ ਨਵਾਂ MLA ਬਣਿਆ, ਵਜ਼ੀਰ ਬਣ ਗਿਆ, ਤੇ ਤੁਸੀਂ ਇਹਨੂੰ ਮੇਰੇ ਕੋਲ ਘੱਲ ਦਿਓ ਤਾਂ ਉੱਥੇ ਚੰਡੀਗੜ੍ਹ। ਅੱਛਾ। ਤਾਂ ਕਿ ਮੇਰਾ ਕੰਮ ਦੇਖੇ, ਫਾਈਲਾਂ ਦੇਖੇ ਕੋਈ। ਠੀਕ ਹੈ। ਉਹਨਾਂ ਮੈਨੂੰ ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਕਿਹਾ ਵੀ ਤੁਸੀਂ ਡਾਕਟਰ ਸਾਹਿਬ ਉੱਥੇ ਚਲੇ ਜਾਓ। ਤੇ ਪਹਿਲਾਂ ਤਾਂ ਮੈਂ ਕਿਹਾ ਨਹੀਂ, ਫਿਰ ਮੈਂ ਪਿਤਾ ਜੀ ਨੇ ਮੈਨੂੰ ਇਜਾਜ਼ਤ ਦੇ ਦਿੱਤੀ ਵੀ ਜਾ ਚਲੇ ਜਾ। ਬਿਲਕੁਲ। ਮੈਂ ਉੱਥੇ ਚਲਾ ਗਿਆ ਜੀ। ਮੈਂ ਆਪਣੀਆਂ ਕਿਤਾਬਾਂ ਉੱਥੇ ਲੈ ਗਿਆ। ਮੈਂ ਪਿਆਰਾ ਰਾਮ ਜਿੰਨਾ ਚਿਰ ਮਿਨਿਸਟਰ ਰਿਹਾ ਉਹਦੇ ਕੋਲ ਰਿਹਾ। ਉੱਥੇ ਸ਼ਾਹਪੁਰੀ ਜੀ ਆਉਂਦੇ ਹੁੰਦੇ ਸੀ। ਅੱਛਾ ਜੀ। ਚਰਨਦਾਸ ਨੇ ਧੜਕ ਆਉਂਦਾ ਹੁੰਦਾ ਸੀਗਾ ਜੀ। ਇੱਕ ਬੇਲੀ ਰਾਮ ਹੁੰਦਾ ਸੀ ਹੁਸ਼ਿਆਰਪੁਰ ਦਾ ਬਹੁਤ ਬੜਾ ਵਰਕਰ, ਉਹ ਆਉਂਦਾ ਹੁੰਦਾ ਸੀ ਜੀ। ਅਜੀਤ ਕੁਮਾਰ MLA ਹੁੰਦਾ ਸੀ ਲੁਧਿਆਣੇ ਤੋਂ, ਉਹ ਆਉਂਦਾ ਹੁੰਦਾ ਸੀ। ਇੱਕ ਅਜੈਬ ਸਿੰਘ ਸੰਧੂ ਐਡਵੋਕੇਟ ਹੁੰਦਾ ਸੀ, ਉਹ ਆਉਂਦਾ ਹੁੰਦਾ ਸੀ। ਸਾਡੀ ਟੀਮ ਬੜੀ ਵਧੀਆ ਸੀ ਉੱਥੇ ਬਣੀ ਜੀ। ਤਾਂ ਅਸੀਂ ਸ਼ਾਮ ਨੂੰ ਇਕੱਠਿਆਂ ਨੂੰ ਕੋਠੀ ਰਹਿਣਾ, ਅਸੀਂ ਕੋਠੀ ਇਕੱਠੇ ਹੋ ਜਾਣਾ, ਉੱਥੇ ਚਾਹ ਪੀਣੀ, ਉੱਥੇ ਰੋਟੀ ਪਾਟੀ ਖਾਣੀ ਜੀ। ਤੇ ਪਿਆਰਾ ਰਾਮ ਜੀ ਨੇ ਕੰਮ ਵੀ ਕਰਨਾ, ਨਾਲ ਟੂਰ 'ਤੇ ਵੀ ਚੱਲ ਜਾਣਾ। ਮੈਂ ਟੂਰ 'ਤੇ ਵੀ ਬਹੁਤ ਗਿਆ ਪੰਜਾਬ 'ਚ ਉਹਨਾਂ ਨਾਲ ਜੀ। ਤੇ ਪਿਆਰਾ ਰਾਮ ਨੇ ਕੰਮ ਬਹੁਤ ਕੀਤੇ ਜੀ, ਕਿਉਂਕਿ ਪਾਰਟੀ ਦਾ ਵਰਕਰ ਸੀ, ਗ੍ਰਾਸ ਰੂਟ ਤੋਂ ਉੱਠਿਆ ਸੀ। ਉਹਨੇ ਸਭ ਤੋਂ ਪਹਿਲਾਂ ਜਸਟਿਸ ਗੁਰਨਾਮ ਸਿੰਘ ਨੂੰ ਇਹ ਕਿਹਾ ਕਿ ਜਿਹੜਾ ਸਾਡੇ ਲੋਕਾਂ 'ਤੇ ਕਰਜ਼ਾ ਚੜ੍ਹਿਆ ਹੈ ਉਹ ਵਧੀ ਜਾਂਦਾ, ਕੋਆਪਰੇਟਿਵ ਕਰਜ਼ਾ ਇਹ ਮਾਫ ਕਰ ਦੇ। ਉਹ ਜਸਟਿਸ ਨੇ ਸਾਡੀ ਗੱਲ ਮੰਨ ਲਈ। ਪਿਆਰਾ ਰਾਮ ਨੂੰ ਕਹਿਣ ਲੱਗਾ ਵੀ ਕੱਢੋ, ਤੁਸੀਂ ਲਿਸਟ ਦਿਓ। ਲਿਸਟ ਮੈਂ ਅਸੀਂ ਆਪਣੇ ਹੱਥ ਨਾਲ ਬਣਾਈ, ਜਿਨ੍ਹਾਂ ਨੇ ਕਰਜ਼ਾ ਲਿਆ ਸੀ ਉਹ ਸਾਰਾ ਮਾਫ ਹੋ ਗਿਆ। ਫਿਰ ਅਸੀਂ ਮੰਗ ਰੱਖੀ ਕਿ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਦੇ ਉੱਤੇ ਛੁੱਟੀ ਹੋਣੀ ਚਾਹੀਦੀ ਹੈ। ਅੱਛਾ ਜੀ। ਉਹ ਵੀ ਜਸਟਿਸ ਗੁਰਨਾਮ ਸਿੰਘ ਨੇ ਸਾਡੀ ਗੱਲ ਮੰਨ ਲਈ ਜੀ। ਗਜ਼ਟਡ ਹੌਲੀਡੇ ਵੀ ਹੋ ਗਿਆ ਜੀ। ਫਿਰ ਅਸੀਂ ਇੱਕ ਡਿਮਾਂਡ ਹੋਰ ਰੱਖੀ ਸਲਾਹ ਕਰਕੇ ਵੀ ਕਿਉਂ ਨਾ ਆਪਣੇ ਲੋਕਾਂ ਨੂੰ ਆਰਥਿਕ ਤੌਰ 'ਤੇ ਪੈਰਾਂ 'ਤੇ ਖੜਾ ਕਰਨ ਵਾਸਤੇ ਇੱਕ ਨਿਗਮ ਬਣਾਈ ਜਾਵੇ, ਪੰਜਾਬ ਸਰਕਾਰ ਬਣਾਵੇ। ਉਹ ਨਿਗਮ ਜਿਹੜੀ ਆ ਦੂਸਰੇ ਨਿਗਮਾਂ ਦੇ ਮੁਤਾਬਕ ਕਰੋੜ ਰੁਪਈਆ ਆਪਣੇ ਡਿਸਪੋਜ਼ਲ 'ਤੇ ਰੱਖੇ, ਔਰ ਉੱਥੋਂ ਆਸਾਨ ਕਿਸ਼ਤਾਂ 'ਤੇ ਸਾਡੇ ਲੋਕ ਜਿਹੜੇ ਆ ਛੋਟੇ ਜਿਹੜੇ ਕਿੱਤੇ ਕਰਦੇ ਉਹ ਕਰਜ਼ਾ ਲੈਣ, ਆਪਣੇ ਪੈਰਾਂ 'ਤੇ ਖੜੇ ਹੋ ਜੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੇ ਟਾਈਮ ਦੇ ਵਿੱਚ ਬਹੁਤ ਲੋਕਾਂ ਨੇ ਕਰਜ਼ਾ ਲੈ ਕੇ ਬੱਚੇ ਪੜ੍ਹ ਗਏ, ਕਈ MBBS ਕਰ ਗਏ, ਇੰਜੀਨੀਅਰ ਬਣ ਗਏ, ਕਈਆਂ ਨੇ ਪੈਸਾ ਲੈ ਕੇ ਟਰਾਂਸਪੋਰਟ ਪਾ ਲਈ, ਉਹਨਾਂ ਨੇ ਗੱਡੀਆਂ ਪਾ ਲਈਆਂ, ਟੈਂਪੂ ਪਾ ਲਏ, ਬੱਸਾਂ ਪਾ ਲਈਆਂ। ਔਰ ਉਹ ਕਾਰਪੋਰੇਸ਼ਨ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੀ। ਔਰ ਉਹ ਕਾਰਪੋਰੇਸ਼ਨ ਹੁਣ ਵੀ ਕੰਮ ਕਰਦੀ ਹੈ। ਤਾਂ ਅਸੀਂ ਉਹ ਕਾਰਪੋਰੇਸ਼ਨ ਦੇ ਨਿਯਮ ਜਿਹੜੇ ਸੀਗੇ ਉਹ ਅਸੀਂ ਬਣਾਏ, ਔਰ ਉਹਦੇ ਵਿੱਚ ਸਭ ਤੋਂ ਵਧੀਆ ਅਫਸਰ ਜਿਹੜਾ ਆਇਆ, ਜਿਹੜਾ MD ਬਣਿਆ ਉਹਦਾ, ਉਹ ਚੌਧਰੀ ਰਾਮ ਗੋਪਾਲ ਸੀ IAS। ਉਹ ਸਾਡਾ ਬਹੁਤ ਪਿਆਰ ਸੀਗਾ, ਤੇ ਉਹਨੇ ਆਪਣੇ ਹੱਥ ਨਾਲ ਨਿਯਮ ਬਣਾਏ ਉਹਦੇ, ਔਰ ਉਸ ਨਿਯਮਾਂ ਦੇ ਮੁਤਾਬਕ ਉਹ ਕਾਰਪੋਰੇਸ਼ਨ ਹੁਣ ਵੀ ਕੰਮ ਕਰ ਰਹੀ ਹੈ
ਜੀ। ਇਸ ਤੋਂ ਇਲਾਵਾ ਸਾਡੇ ਕੋਲ ਚੌਧਰੀ ਈਸ਼ਰਦਾਸ ਪਵਾਰ ਹੁੰਦੇ ਸੀ। ਉਹ ਬਹੁਤ ਬਹੁਤ ਕਮਾਲ ਦਾ ਸਮਾਜ ਸੇਵੀ ਸੀ ਔਰ ਉਹ ਜ਼ਮਾਨੇ ਵਿੱਚ ਉਹ LLB ਕਰਕੇ ਮਿਹਨਤ ਕਰਕੇ ਚਪੜਾਸੀ 'ਚ ਭਰਤੀ ਹੋ ਗਏ। ਉਸ ਤੋਂ ਬਾਅਦ MBBS LLB ਕਰਕੇ ਲਾਹੌਰ ਵਿੱਚ ਉਹ ਐਡਵੋਕੇਟ ਬਣਿਆ ਔਰ ਐਡਵੋਕੇਟ ਬਣਨ ਤੋਂ ਬਾਅਦ ਉਹ ਜੱਜ ਬਣਿਆ। ਵਾਹ ਜੀ ਵਾਹ। ਸੈਸ਼ਨ ਜੱਜ ਬਣ ਗਿਆ। ਬਾਅਦ 'ਚ ਉਹ ਡਿਪਟੀ ਸੈਕਟਰੀ ਬਣ ਗਿਆ। ਡਿਪਟੀ ਸੈਕਟਰੀ ਬਣ ਗਿਆ ਕੈਰੋਂ ਦੇ ਟਾਈਮ 'ਤੇ, ਤਾਂ ਉਹਦੀ ਬਦਲੀ ਹੋ ਗਈ ਸ਼ਿਮਲੇ। ਤਾਂ ਉਸ ਵੇਲੇ ਲੋਕ ਜਾਂਦੇ ਹੁੰਦੇ ਸੀ ਇੰਗਲੈਂਡ ਨੂੰ, ਤਾਂ ਬੜੀ ਨੱਠ-ਭੱਜ ਪਈ ਹੁੰਦੀ, ਤਾਂ ਲੋਕਾਂ ਦੇ ਪਾਸਪੋਰਟ ਜਿਹੜੇ ਦੂਸਰੇ ਚੱਕ ਕੇ ਮਾਰ ਦਿੰਦੇ ਸਾਡੇ ਮਾਰਾਂ ਦੇ ਆ ਧਰਮੀਆਂ ਦੇ। ਇਹ ਕੀ ਕਰਨ ਜਾਣਾ ਤੁਸੀਂ ਉੱਥੇ, ਕੀ ਉੱਥੇ ਹੀ ਕਰਨ ਜਾਣਾ, ਤੁਸੀਂ ਪੈਸੇ ਕਮਾਉਣ ਜਾਣਾ, ਇੱਥੇ ਉਹ ਕੰਮ ਕਰੋ। ਪਰ ਸਾਡੇ ਲੋਕਾਂ ਨੇ ਚੌਧਰੀ ਈਸ਼ਰਦਾਸ ਸਾਡੀ ਕਿਸਮਤ ਨੂੰ ਚੰਗਾ, ਉਹ ਡਿਪਟੀ ਸੈਕਟਰੀ ਬਣ ਗਿਆ ਔਰ ਉਹਨਾਂ ਕੋਲ ਪਾਸਪੋਰਟ ਦਾ ਮਹਿਕਮਾ ਆ ਗਿਆ। ਉਹ ਜਿਉਂ ਰੌਲਾ ਪੈ ਗਿਆ ਵੀ ਲੈ ਵੀ ਚੌਧਰੀ ਈਸ਼ਰਦਾਸ ਸਾਡਾ ਬਣ ਗਿਆ, ਤੇ ਚਲੋ ਅੰਨੇ ਵਾਹ ਲੋਕ ਸੈਂਕੜਿਆਂ 'ਚ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਜਿੱਦਾਂ ਦੇ ਵੀ ਸੀ ਲੱਲੇ ਲੂੰਗੜੇ ਜਿੱਦਾਂ ਦੇ ਸਭ ਫਟਾਫਟ ਇੰਗਲੈਂਡ ਪਹੁੰਚ ਗਏ। ਉਹ ਚੌਧਰੀ ਈਸ਼ਰਦਾਸ ਪਵਾਰ ਰਿਟਾਇਰ ਬਾਅਦ 'ਚ ਹੋ ਗਿਆ। ਰਿਟਾਇਰ ਹੋ ਕੇ ਉਹ ਸਾਡੇ ਕੋਲ ਆਉਂਦਾ ਹੁੰਦਾ ਸੀ, ਚੌਧਰੀ ਪਿਆਰਾ ਰਾਮ ਕੋਲ, ਤੇ ਸਾਡੇ ਨਾਲ ਕਾਫੀ ਸਲਾਹ ਮਸ਼ਵਰਾ ਕਰਦਾ ਹੁੰਦਾ ਸੀ। ਇੱਕ ਸਾਡੇ ਨਾਲ ਸਲਾਹ ਮਸ਼ਵਰਾ ਕਰਨ ਵਾਲਾ ਬਹੁਤ ਵਧੀਆ ਹੋਰ ਆਦਮੀ ਸੀ, ਉਹਦਾ ਨਾਂ ਸੀ ਸਰਦਾਰ ਅਜੈਬ ਸਿੰਘ ਸੰਧੂ ਜੀ। ਉਹ ਰੋਪੜ ਇਲਾਕੇ ਦਾ ਸੀ ਜੀ। ਅੱਛੀ ਫੈਮਿਲੀ ਦਾ ਪੜ੍ਹਿਆ ਲਿਖਿਆ ਸੀ, ਵਕੀਲ ਸੀਗਾ ਔਰ ਉਹ ਪਹਿਲਾਂ MLA ਰਹਿ ਚੁੱਕਾ ਸੀ। ਤੇ ਉਹ ਵੀ ਸਾਡੇ ਨਾਲ ਜਾਂਦਾ ਹੁੰਦਾ, ਸਾਡੇ ਨਾਲ ਜੁੜ ਗਿਆ, ਸਾਡੇ ਨਾਲ ਉਹ ਵੀ ਸਾਨੂੰ ਗਾਈਡ ਕਰਦਾ ਹੁੰਦਾ ਸੀਗਾ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਪਿਆਰਾ ਰਾਮ ਦੇ ਟਾਈਮ 'ਤੇ ਹੋਰ ਵੀ ਬਹੁਤ ਸਾਰੇ ਕੰਮ ਹੋਏ। ਬਾਅਦ ਦੇ ਵਿੱਚ ਉਹਨਾਂ ਨੂੰ ਮਹਿਕਮਾ ਫੋਰੈਸਟ ਦਾ ਮਿਲ ਗਿਆ। ਡਾਕਟਰ ਗੁਰਚਰਨ ਸਿੰਘ ਸਾਡੇ MLA ਸੀ, ਉਹ ਵੀ ਬਣ ਗਏ ਰਿਪਬਲਿਕਨ ਪਾਰਟੀ ਦੇ। ਸੋ ਕਾਫੀ ਕੰਮ ਹੁੰਦਾ ਰਿਹਾ ਜੀ। ਤੇ ਮੈਂ ਉੱਥੇ ਉਹਨਾਂ ਕੋਲ ਉਹਨਾਂ ਚਿਰ ਰਿਹਾ ਜਿੰਨਾ ਚਿਰ ਉਹ ਪਿਆਰਾ ਰਾਮ ਉੱਥੇ ਰਿਹਾ। ਜਦੋਂ ਗੌਰਮੈਂਟ ਟੁੱਟ ਗਈ ਤੇ ਮੈਂ ਵੀ ਆ ਗਿਆ। ਮੈਂ ਥੋੜਾ ਚਿਰ ਨੌਕਰੀ ਕਰ ਲਈ ਫਿਰ। ਅੱਛਾ ਜੀ। ਨੌਕਰੀ ਕਰ ਲਈ ਮੈਂ, ਕਿਉਂਕਿ ਮੈਂ ਕੁਆਲੀਫਾਈਡ ਸੀਗਾ ਜੀ, ਆਯੁਰਵੇਦ ਸੀ। ਮੈਂ ਨੌਕਰੀ ਕਰ ਲਈ ਤੇ ਮਹੰਤ ਰਾਮ ਪ੍ਰਕਾਸ਼ ਦਾਸ ਹੁਸ਼ਿਆਰਪੁਰ ਦੇ MLA ਸੀ, ਉਹ ਮਿਨਿਸਟਰ ਬਣ ਗਏ, ਹੈਲਥ ਮਿਨਿਸਟਰ। ਮੈਨੂੰ ਪਿਆਰਾ ਰਾਮ ਉਹਨਾਂ ਕੋਲ ਲੈ ਗਿਆ। ਕਹਿਣ ਲੱਗਾ ਸਾਡਾ ਡਾਕਟਰ ਹੈ, ਕੁਆਲੀਫਾਈਡ ਹੈ ਤੇ ਇਹਨਾਂ ਲਾ। ਉਹਨੇ ਫਟਾਫਟ ਆਪਣੇ ਸੈਕਟਰੀ ਨੂੰ ਬੁਲਾਇਆ। ਉਸ ਵੇਲੇ ਸਿੱਧਾ ਹੀ ਭਰਤੀ ਕਰ ਲੈਂਦੇ ਹੁੰਦੇ ਸੀ। ਉਹ ਕਹਿੰਦੇ ਵੀ ਇਹਨੂੰ ਆਰਡਰ ਦੇ ਦਿਓ। ਮੈਨੂੰ ਆਰਡਰ ਦਿੱਤੇ, ਮੈਨੂੰ ਰੋਪੜ ਘੱਲ ਦਿੱਤਾ। ਮੈਂ ਇੱਕ ਡਿਸਪੈਂਸਰੀ ਦਾ ਇੰਚਾਰਜ ਲੱਗ ਗਿਆ ਉੱਥੇ ਜੀ। ਤੇ ਮੈਂ ਉੱਥੇ ਸਾਲ ਭਰ ਕੰਮ ਕੀਤਾ। ਮੈਨੂੰ ਉੱਥੇ ਵੀ ਵੈਸੇ ਬੜਾ ਮਨ ਮੇਰਾ ਦੁਖੀ ਸੀ। ਦੁਖੀ ਇਸ ਕਰਕੇ ਸੀ ਕਿ ਉੱਥੇ ਸਾਡੀ ਗਰੀਬ ਜਨਤਾ ਦਾ ਬਹੁਤ ਬੁਰਾ ਹਾਲ ਸੀ। ਪਹਾੜਾਂ ਦੇ ਵਿੱਚ ਸੀਗੇ ਵਿਚਾਰੇ, ਬੁਰਾ ਹਾਲ। ਪਰ ਮੈਂ ਜਿੰਨਾ ਚਿਰ ਰਿਹਾ ਮੈਂ ਸੇਵਾ ਕੀਤੀ ਉਹਨਾਂ ਦੀ। ਬਾਅਦ 'ਚ ਮੈਂ ਅਸਤੀਫਾ ਦੇ ਦਿੱਤਾ। ਆ ਕੇ ਮੈਂ ਆਪਣੀ ਦੁਕਾਨ ਪਾ ਲਈ ਜਲੰਧਰ, ਡਾਕਟਰ ਬਣ ਗਿਆ ਜੀ। ਆਪਣੀ ਪ੍ਰੈਕਟਿਸ ਕਰ ਲਈ। ਪ੍ਰੈਕਟਿਸ ਕਰਨ ਤੋਂ ਬਾਅਦ ਦੁਨੀਚੰਦ ਸ਼ਾਹਪੁਰੀ ਜੀ ਇੱਕ ਵਾਰੀ ਰਾਮਨਗਰ ਆਏ। ਅੱਛਾ ਜੀ। ਤੇ ਆ ਕੇ ਸਾਡੇ ਘਰ ਆ ਗਏ ਜੀ। ਤੇ ਉਹ ਬੜਾ ਮਖੌਲੀਆ ਬਹੁਤ ਹੁੰਦਾ ਸੀ। ਅੱਛਾ ਜੀ। ਹਾਂ ਬਈ ਡਾਂਗ ਮਾਰਾ, ਮੈਨੂੰ ਡਾਂਗ ਮਾਰ ਕਹਿੰਦੇ, ਡਾਂਗ ਮਾਰਾ ਕੀ ਹਾਲ ਤੇਰਾ। ਠੀਕ। ਡਾਕਟਰ ਦੀ ਬਜਾਏ ਡਾਂਗ ਮਾਰਾ ਕਹਿੰਦੇ ਹੁੰਦਾ ਸੀ। ਅੱਛਾ। ਤੇ ਮੈਂ ਉਹਨਾਂ ਨੂੰ ਕਿਹਾ ਆਓ ਜੀ ਸ਼ਾਹਪੁਰੀ ਸਾਹਿਬ। ਕਹਿੰਦਾ ਤੂੰ ਪਾਰਟੀ ਦਾ ਐਡਾ ਅੱਛਾ ਵਰਕਰ ਹੈ ਤੇ ਪਾਰਟੀ ਮੁੜ ਕੇ ਦੁਬਾਰਾ ਸੁਰਜੀਤ ਹੋ ਰਹੀ ਹੈ ਡਾਕਟਰ ਅੰਬੇਡਕਰ ਦੇ ਬਾਅਦ, ਤੇ ਕਾਂਸ਼ੀ ਰਾਮ ਇੱਕ ਨਵਾਂ ਲੀਡਰ ਜੁਮਿਆ। ਵਾਹ। ਤੇ ਤੈਨੂੰ ਮੈਂ ਲੈਣ ਆਇਆ। ਅੱਛਾ। ਉਹਨੇ ਕੱਲ ਨੂੰ ਚੰਡੀਗੜ੍ਹ ਆਉਣਾ ਤੇ ਤੂੰ ਮੇਰੇ ਨਾਲ ਚੱਲ। ਤੇ ਪਹਿਲਾਂ ਆਪਣਾ ਮਨ ਬਣਾ ਵੀ ਤੂੰ ਕੰਮ ਕਰਨਾ ਕਿ ਨਹੀਂ ਕਰਨਾ। ਅੱਛਾ। ਤੂੰ ਉਸ ਕੌਮ ਦੀ ਸੇਵਾ ਕਰਨੀ ਕਿ ਅੱਗੇ ਵੀ ਕਰਦਾ ਰਿਹਾ, ਹੁਣ ਵੀ ਕਰ। ਮੈਂ ਆਪਣੇ ਸਲਾਹ ਕੀਤੀ ਵੱਡੇ ਭਰਾ ਨਾਲ ਤੇ ਉਹ ਕਹਿੰਦੇ ਕੋਈ ਨਹੀਂ ਜਾਇਆ। ਠੀਕ ਹੈ। ਅਸੀਂ ਬੱਸ ਫੜੀ, ਦੋਨਾਂ ਨੇ ਉੱਥੇ ਪਹੁੰਚ ਗਏ। ਅੱਛਾ। ਕਾਂਸ਼ੀ ਰਾਮ ਜੀ ਆ ਗਏ। ਅੱਛਾ ਜੀ। ਕਾਂਸ਼ੀ ਰਾਮ ਜੀ ਬੜਾ ਸਿੰਪਲ ਜਿਹਾ ਆਦਮੀ ਵਿਚਾਰਾ। ਚੱਪਲ ਪਾਈ ਉਹਨੇ, ਕੈਂਚੀ ਚੱਪਲ, ਤੇ ਪੈਂਟ ਪਾਈ, ਤੇ ਅੱਧੀਆਂ ਬਾਹਾਂ ਦੀ ਕਮੀਜ਼ ਪਾਈ, ਤੇ ਤੌਲੀਆ ਛੋਟਾ ਜਿਹਾ ਆਪਣੇ ਬਾਂਹ 'ਤੇ ਰੱਖਿਆ। ਤੇ ਉੱਥੇ ਹੋਰ ਵੀ ਬੜੇ ਵਰਕਰ ਇਕੱਠੇ ਹੋਏ, ਬਾਮ ਸਾਹਿਬ ਦੇ। ਠੀਕ ਹੈ। ਆਪਣੇ ਪਾਰਟੀ ਦੇ ਵਰਕਰ। ਠੀਕ ਹੈ ਜੀ।
ਮੈਨੂੰ ਇੰਟਰੋਡਿਊਸ ਕਰਨ ਤੱਕ ਅੱਜ ਇਹਨਾਂ ਨੇ ਸ਼ਾਹਪੁਰੀ ਸਾਹਿਬ ਨੇ ਜੀ ਵੀ ਇਹ ਡਾਕਟਰ ਹੈ। ਠੀਕ ਹੈ ਜੀ। ਇਹ ਪਹਿਲਾਂ ਵੀ ਇਹਨੇ ਕੰਮ ਕੀਤਾ, ਫੈਮਿਲੀ ਇਹਨਾਂ ਦੀ ਜਿਹੜਾ ਅੰਬੇਡਕਰ ਹੀ ਆ, ਅਤੇ ਇਹਨੂੰ ਆਪਾਂ ਪਾਰਟੀ 'ਚ ਲੈਣਾ, ਇਹਨੂੰ ਜ਼ਿੰਮੇਵਾਰੀ ਦਿਓ। ਅੱਛਾ ਡਿਸਿਪਲਿਨ ਆਦਮੀ, ਪੜ੍ਹਿਆ ਲਿਖਿਆ, ਵੈਲ ਐਜੂਕੇਟਡ, ਪਤਾ ਇਹਨੂੰ ਕਹਿੰਦਾ ਪਾਰਟੀ ਕਿੱਦਾਂ ਚੱਲਦੀ ਹੁੰਦੀ ਹੈ। ਠੀਕ ਹੈ ਜੀ। ਕਾਂਸ਼ੀ ਰਾਮ ਨੇ ਮੈਨੂੰ ਲੈਟਰ ਇਸ਼ੂ ਕਰਤਾ। ਉਹ ਲੈਟਰ ਹਾਲੇ ਕਿ ਮੇਰੇ ਕੋਲ ਪਿਆ। ਉਹਨੇ ਮੈਨੂੰ ਅਪਾਇੰਟ ਕਰਤਾ ਕਿ ਅੱਜ ਤੋਂ ਤੁਸੀਂ ਜਲੰਧਰ ਦਾ ਬਤੌਰ ਜਲੰਧਰ ਸ਼ਾਖਾ ਦੇ ਪ੍ਰਧਾਨ ਦੇ ਤੌਰ 'ਤੇ ਤੁਸੀਂ ਕੰਮ ਕਰੋ ਜੀ। ਮੈਂ ਉਹ ਲੈਟਰ ਲੈ ਆਇਆ, ਸ਼ੁਰੂ ਕਰਤਾ, ਵਰਕ ਮੀਟਿੰਗਾਂ ਸ਼ੁਰੂ ਹੋ ਗਈਆਂ। ਕਾਂਸ਼ੀ ਰਾਮ ਜੀ ਆਉਣ ਲੱਗ ਪਏ ਜਲੰਧਰ, ਸਾਡੇ ਘਰ ਵੀ ਆਏ ਮੇਰੇ ਕੋਲ ਕਈ ਵਾਰੀ, 2-3 ਵਾਰੀ। ਅੱਛਾ ਜੀ। ਮੀਟਿੰਗਾਂ ਵੀ ਹੋਈਆਂ, ਬਾਤਚੀਤਾਂ ਹੁੰਦੀਆਂ ਰਹੀਆਂ। ਕਾਂਸ਼ੀ ਰਾਮ ਵਾਜ ਅ ਗ੍ਰੇਟ ਲੀਡਰ। ਦੇਖੋ ਹੁਣ ਉਹ ਨਹੀਂ ਰਹੇ ਵਿਚਾਰੇ, ਹਾਂ ਬਿਲਕੁਲ। ਇਹ ਸਾਡੀ ਬਦਕਿਸਮਤੀ ਹੈ ਸਮਾਜ ਦੀ ਕਿ ਨਹੀਂ ਰਹੇ, ਉਹ ਜੀ ਜਲਦੀ ਚਲੇ ਗਏ। ਉਹ ਆਦਮੀ ਬੜਾ ਸਿੰਪਲ ਸੀ, ਡੈਡੀਕੇਟਡ ਸੀ, ਸਮਰਪਿਤ ਸੀ, ਇਮਾਨਦਾਰ ਸੀ, ਔਰ ਉਹ ਕਾਰੋਬਾਰ ਛੱਡ ਕੇ ਆ ਗਿਆ ਸੀ। ਉਹਨੂੰ ਪਿੱਛੇ ਕੋਈ ਲਵ ਲੰਘ ਜਾਂਦਾ ਸੀਗਾ ਕਿ ਮੈਂ ਕੋਈ ਬੱਚੇ ਨਿਆਣੇ ਪਾਲਣੇ ਜਾਂ ਮੈਂ ਕੋਈ ਬੈਂਕ ਅਕਾਊਂਟ ਖੋਲ੍ਹਣਾ, ਨਾ ਜੀ। ਉਹਨੂੰ ਸਿਰਫ ਇਹੀ ਗੱਲ ਸੀਗੀ ਕਿ ਜੋ ਬਾਬਾ ਸਾਹਿਬ ਦਾ ਮੈਸੇਜ ਹੈ ਹਾਂ ਉਹ ਮੈਨੂੰ ਇੱਕ ਵਾਰੀ ਕਾਂਸ਼ੀ ਰਾਮ ਕਹਿਣ ਲੱਗੇ, ਕਹਿੰਦੇ ਡਾਕਟਰ ਸਾਹਿਬ ਤੁਸੀਂ ਬਾਬਾ ਸਾਹਿਬ ਨੂੰ ਪੜ੍ਹਿਆ? ਮੈਂ ਕਿਹਾ ਹਾਂਜੀ, ਮੈਂ ਜਦੋਂ ਕੋਰਸ ਕਰਦਾ ਸੀ ਅੱਛਾ ਤਾਂ ਮੈਂ ਧਨੰਜੇ ਕੀਰ ਦੀ ਕਿਤਾਬ ਜਿਹੜੀ ਆ ਅੰਬੇਡਕਰ ਲਾਈਫ ਐਂਡ ਮਿਸ਼ਨ ਉਹ ਪੜ੍ਹੀ। ਜੀ। ਕਹਿੰਦੇ ਵੀ ਉਹ ਕਿਤਾਬ ਸਭ ਤੋਂ ਬੈਸਟ ਕਿਤਾਬ ਉਹ ਉਹਨਾਂ ਦੀ ਜ਼ਿੰਦਗੀ ਦੇ ਆ। ਮੈਂ ਕਿਹਾ ਹਾਂਜੀ, ਧਨੰਜੇ ਕੀਰ ਦੀ। ਉਸ ਤੋਂ ਬਾਅਦ ਮੈਂ ਕਿਹਾ ਜਦੋਂ ਮੈਂ ਪੜ੍ਹੀ ਕਿਤਾਬ ਤਾਂ ਸਾਨੂੰ ਜਾਗ ਲੱਗ ਗਿਆ ਬਹੁਤ। ਫਿਰ ਮੈਂ ਉਹਨਾਂ ਦੀ ਕਿਤਾਬ ਐਨੀਹੀਲੇਸ਼ਨ ਆਫ ਕਾਸਟ ਪੜ੍ਹੀ। ਜੀ। ਫਿਰ ਮੈਂ ਉਹਨਾਂ ਦੀ ਕਿਤਾਬ ਹੂ ਵਰ ਦੀ ਸ਼ੂਦਰਸ, ਸ਼ੂਦਰ ਕੌਣ ਸੀ, ਕਿੱਦਾਂ ਬਣੇ, ਜੀ ਜੀ ਜੀ, ਉਹ ਪੜ੍ਹੀ। ਫਿਰ ਉਸ ਤੋਂ ਬਾਅਦ ਫਿਰ ਕੰਮ ਸ਼ੁਰੂ ਹੋ ਗਿਆ। ਫਿਰ ਕਿਤਾਬ ਉਹਨਾਂ ਦਾ ਲਿਟਰੇਚਰ ਸਾਰਾ ਇਕੱਠਾ ਕਰ ਲਿਆ, ਕਿਤਾਬ ਵੋਲੀਅਮ ਕਹੀ ਆ। ਹੁਣ ਮੇਰੀ ਲਾਇਬ੍ਰੇਰੀ ਵਿੱਚ ਜਿੰਨੀਆਂ ਵੀ ਡਾਕਟਰ ਅੰਬੇਡਕਰ ਸਾਹਿਬ ਦੀ ਹੁਣ ਤੱਕ ਜਿਹੜੀਆਂ ਕਿਰਤਾਂ ਆਈਆਂ ਉਹ ਸਾਰੀਆਂ ਹੈਗੀਆਂ ਮੇਰੇ ਕੋਲ ਹੈ। ਵਾਹ ਜੀ ਵਾਹ। ਉਸ ਤੋਂ ਇਲਾਵਾ ਮਹਾਤਮਾ ਜੋਤੀਬਾ ਰਾਏ ਫੂਲੇ ਸਾਹਿਬ ਨੂੰ ਪੜ੍ਹਿਆ। ਉਹ ਵੀ ਬਹੁਤ ਬੜੇ ਕ੍ਰਾਂਤੀਕਾਰੀ ਹੋਏ ਆ ਜੀ। ਔਰ ਉਹਨਾਂ ਦਾ ਸਾਰਾ ਮੈਂ ਲਿਟਰੇਚਰ ਪੜ੍ਹਿਆ। ਫਿਰ ਸਾਹੂ ਜੀ ਮਹਾਰਾਜ ਕੋਲਹਾਪੁਰ ਵਾਲੇ, ਉਹ ਵੀ ਬਹੁਤ ਬੜੇ ਸਮਾਜ ਸੁਧਾਰਕ। ਉਸ ਜ਼ਮਾਨੇ ਵਿੱਚ ਮੈਂ ਉਹਨਾਂ ਦੀ ਵੀ ਬੜੀ ਦਾਤ ਕਰਦਾ। ਬਾਬਾ ਸਾਹਿਬ ਨੇ ਉਹਨਾਂ ਨੂੰ ਵੀ ਬਹੁਤ ਟ੍ਰਿਬਿਊਟ ਪੇਸ਼ ਕੀਤਾ, ਫੂਲੇ ਸਾਹਿਬ ਨੂੰ, ਕਬੀਰ ਸਾਹਿਬ ਨੂੰ, ਗੁਰੂ ਰਵਿਦਾਸ ਸਾਹਿਬ ਨੂੰ ਅਤੇ ਸਾਹੂ ਜੀ ਮਹਾਰਾਜ ਨੂੰ, ਕਿ ਉਹਨਾਂ ਨੇ ਕ੍ਰਾਂਤੀ ਸੋਸ਼ਲ ਜਸਟਿਸ ਦਾ ਬੀੜਾ ਚੁੱਕਿਆ ਸੀ। ਮੈਂ ਕਿਤਾਬ ਪੜ੍ਹ ਰਿਹਾ ਸੀਗਾ ਸਾਹੂ ਜੀ ਮਹਾਰਾਜ ਦੀ। ਜੀ। ਮਹਾਰਾਸ਼ਟਰ ਦੇ ਬਹੁਤ ਟੋਪੀ ਦੇ ਆਪਣੇ ਇੰਟੈਲੈਕਚੁਅਲ ਆਦਮੀ, ਆਥਰ, ਹਿਸਟੋਰੀਅਨ। ਜੀ। ਉਹ ਕਿਤਾਬ ਕੋਈ 300-400 ਪੇਜ ਦੀ ਆ। ਉਹ ਕਿਤਾਬ ਗੁਰੇ ਜੀ ਮੈਂ ਪੜ੍ਹੀ। ਜਦੋਂ ਮੈਂ ਪੜ੍ਹੀ ਤਾਂ ਮੈਨੂੰ ਜਿੰਨੀਆਂ ਬਾਬਾ ਸਾਹਿਬ ਦੀਆਂ ਗੱਲਾਂ ਮੈਂ ਪੜ੍ਹੀਆਂ ਉਹਨਾਂ ਦੇ ਲਿਖੇ ਵਿੱਚ, ਤਕਰੀਬਨ ਉਹਨਾਂ ਦੇ ਮੇਲ ਦੀਆਂ ਗੱਲਾਂ ਉਸ ਵਿੱਚ ਮਿਲ ਗਈਆਂ ਉਸ ਕਿਤਾਬ 'ਚੋਂ। ਜੀ ਜੀ। ਹਾਂ, ਬਾਬਾ ਸਾਹਿਬ ਨੇ ਬ੍ਰਾਹਮਣਵਾਦ ਨੂੰ ਬੜੇ ਲੰਮੀ ਹੱਥੀ ਲਿਆ। ਸਾਹੂ ਜੀ ਮਹਾਰਾਜ ਨੇ ਵੀ ਬ੍ਰਾਹਮਣਵਾਦ ਨੂੰ ਬੜੇ ਲੰਮੀ ਹੱਥੀ ਲਿਆ। ਜੀ। ਮਹਾਤਮਾ ਜੋਤੀਬਾ ਫੂਲੇ ਨੇ ਤਾਂ ਕਮਾਲ ਕਰ ਦਿੱਤੀ। ਉਹਨਾਂ ਨੇ ਗੁਲਾਮਗਿਰੀ ਕਿਤਾਬ ਲਿਖੀ ਹੈ। ਉਹ ਮੈਂ ਰਿਕਮੈਂਡ ਕਰੂੰਗਾ ਕਿ ਗੁਲਾਮਗਿਰੀ ਕਿਤਾਬ ਜਿਹੜੀ ਆ ਉਹ ਸਾਡੇ ਸਾਰੇ ਸਧਾਰਨ ਸਮਾਜ ਨੂੰ ਪੜ੍ਹਨੀ ਚਾਹੀਦੀ ਹੈ। ਉਹਨਾਂ ਨੇ ਗੁਲਾਮਗਿਰੀ ਦੇ ਵਿੱਚ ਸਮਾਜ ਦਾ ਨਕਸ਼ਾ ਖਿੱਚ ਕੇ ਦੱਸਦਾ ਵੀ ਇਹ ਬ੍ਰਾਹਮਣਾਂ ਨੇ ਸਾਨੂੰ ਕਿਸ ਤਰ੍ਹਾਂ ਜਲੀਲ ਕੀਤਾ। ਬਹੁਤ ਵਧੀਆ ਕਿਤਾਬ ਉਹਨਾਂ ਨੇ ਲਿਖੀ ਆ, ਕਵਿਤਾ ਦੇ ਵਿੱਚ ਲਿਖੀ ਆ, ਔਰ ਉਹ ਪੜ੍ਹਨ ਵਾਲੀ ਕਿਤਾਬ ਹੈ। ਵਾਹ ਜੀ ਵਾਹ। ਉਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਵਾਸਤੇ ਬੜਾ ਕੰਮ ਕੀਤਾ। ਕਿਸਾਨ ਨਾਲ ਕੌੜਾ ਉਹ ਕੀਤਾ। ਇੱਦਾਂ ਦੀਆਂ ਉਹਨੇ ਫੂਲੇ ਨੇ ਕਿਤਾਬਾਂ ਲਿਖੀਆਂ, ਵਧੀਆ ਲਿਖੀਆਂ ਕਿਤਾਬਾਂ। ਉਹ ਵੀ ਲਿਟਰੇਚਰ ਪੜ੍ਹਨ ਵਾਲਾ ਸਾਰਾ। ਵਾਹ ਜੀ ਵਾਹ। ਉਸ ਤੋਂ ਇਲਾਵਾ ਇੱਕ ਮੈਂ ਹੋਰ ਆਪਣਾ ਕ੍ਰਾਂਤੀਕਾਰੀ ਲੀਡਰ ਸਾਡਾ ਹੋਇਆ, ਉਹ ਸੀਗਾ ਤਾਂ ਸਾਡੇ ਵਿੱਚੋਂ,
ਪਰ ਉਹ ਜ਼ਿਆਦਾ ਕੰਮ ਉਹਨੇ ਸਿੱਖ ਸਮਾਜ ਵਿੱਚ ਕੀਤਾ, ਜੀ ਸਿੰਘ ਲਹਿਰ ਵਿੱਚ ਕੀਤਾ। ਜੀ ਜੀ ਉਹਦਾ ਨਾਂ ਸੀ ਭਾਈ ਦਿੱਤ ਸਿੰਘ ਗਿਆਨੀ। ਜੀ ਜੀ ਦਿੱਤ ਸਿੰਘ ਗਿਆਨੀ ਸਾਡੇ ਸਮਾਜ 'ਚ ਪੈਦਾ ਹੋਇਆ, ਰਵਿਦਾਸੀਆ ਕਮਿਊਨਿਟੀ 'ਚ ਪੈਦਾ ਹੋਇਆ। ਅੰਬਾਲੇ ਦਾ ਜ਼ਿਲ੍ਹਾ ਦਾ ਸੀ, ਹੁਣ ਰੋਪੜ ਦੇ ਵਿੱਚ ਉਹ ਹੈ ਪਿੰਡ ਉਹਦਾ। ਤੇ ਉਸ ਆਦਮੀ ਨੇ 3-4 ਕਿਤਾਬਾਂ ਲਿਖੀਆਂ। ਪ੍ਰੋਫੈਸਰ ਸੀ ਉਹ ਪਹਿਲਾ, ਓਰੀਐਂਟਲ ਕਾਲਜ ਲਾਹੌਰ ਦਾ, ਪੰਜਾਬੀ ਦਾ ਪ੍ਰੋਫੈਸਰ ਸੀ ਉਹ। ਜੀ ਉਹਨੇ ਇੱਕ ਪੁਸਤਕ ਲਿਖੀ ਆ, ਮੇਰਾ ਤੇ ਸਾਧੂ ਦਇਆਨੰਦ ਦਾ ਸੰਵਾਦ। ਐਡੀ ਛੋਟਾ ਜਿਹਾ ਕਿਤਾਬਚਾ। ਉਸ ਕਿਤਾਬ ਦੇ ਵਿੱਚ ਉਹਨੇ ਦਇਆਨੰਦ ਦੇ ਨਾਲ ਵਾਰਤਾਲਾਪ ਕੀਤਾ, ਜਿਹਨੂੰ ਡਾਇਲੋਗ ਕਿਹਾ ਜਾਂਦਾ, ਸ਼ਾਸਤਰਾਰਥ ਕਿਹਾ ਜਾਂਦਾ ਜਿਹਨੂੰ। ਜੀ ਉਹ ਲਾਹੌਰ ਇੱਕ ਵਾਰੀ ਆਇਆ, ਦਇਆਨੰਦ ਜੀ ਲਾਹੌਰ ਆਏ, ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਜਿਹੜੇ ਆਰੀਅਨ ਸਮਾਜੀ ਸੀਗੇ ਉਹ ਕਹਿੰਦੇ ਹੁੰਦੇ ਸੀਗੇ ਵੀ ਸਾਡੇ ਦਇਆਨੰਦ ਦੇ ਬਰਾਬਰ ਦਾ ਕੋਈ ਸਕਾਲਰ ਹੈ ਨਹੀਂ। ਤੇ ਇਹ ਦੋ ਸਿੱਖ ਲਹਿਰ ਦੇ ਵਿੱਚ, ਜਿਹੜੀ ਸਿੰਘ ਲਹਿਰ ਸੀ ਉਹਦੇ ਵਿੱਚ ਦੋ ਪ੍ਰੋਮੀਨੈਂਟ ਲੀਡਰ ਸਾਡੇ ਸੀ ਕਮਿਊਨਿਟੀ ਦੇ। ਇੱਕ ਸੀ ਭਾਈ ਜਵਾਹਰ ਸਿੰਘ, ਉਹ ਜੱਟ ਸੀਗਾ। ਇੱਕ ਭਾਈ ਦਿੱਤ ਸਿੰਘ, ਇਹ ਚਮਾਰ ਸੀਗਾ, ਰਵਿਦਾਸੀਆ ਸੀਗਾ। ਤੇ ਉਹ ਜਦੋਂ ਉੱਥੇ ਰੌਲਾ ਪੈ ਗਿਆ ਵੀ ਲਾਹੌਰ ਦੇ ਵਿੱਚ ਮਹਰਸ਼ੀ ਦਇਆਨੰਦ ਆਇਆ, ਤੇ ਉਹ ਵੇਦਾਂ ਦਾ ਬਹੁਤ ਗਿਆਤਾ ਆ, ਸੰਸਕ੍ਰਿਤ ਬੋਲਦਾ, ਤੇ ਲੋਕ ਬੜੇ ਉਹਦੇ ਧੜਾ ਧੜ ਉਹਦੇ ਸੇਵਾਦਾਰ ਬਣ ਜਾਂਦੇ, ਕੋਈ ਆਦਮੀ ਦਾ ਮੁਕਾਬਲਾ ਨਹੀਂ ਕਰ ਸਕਦਾ। ਜੀ ਤੇ ਭਾਈ ਜਵਾਹਰ ਸਿੰਘ ਨੇ ਕਿਹਾ ਵੀ ਕਿਉਂ ਨਹੀਂ ਕਰ ਸਕਦਾ। ਉਹ ਕਿਸੇ ਨੇ ਕਹਿ ਦਿੱਤਾ ਵੀ ਜੀ ਉਹ ਸਿੱਖ ਗੁਰੂਆਂ ਦੇ ਵੀ ਵਿਰੁੱਧ ਬੋਲਦਾ ਬਹੁਤ ਦਇਆਨੰਦ। ਇਹਨਾਂ ਨੂੰ ਗੁੱਸਾ ਆਇਆ। ਉਹ ਜਵਾਹਰ ਸਿੰਘ ਕਹਿਣ ਲੱਗਾ, ਭਾਈ ਸਾਹਿਬ, ਭਾਈ ਦਿੱਤ ਸਿੰਘ ਜੀ, ਵੀ ਕਿੱਦਾਂ ਕਰਨੀ ਆ? ਕਹਿੰਦਾ ਹੁਕਮ ਕਰੋ। ਕਹਿੰਦਾ ਵੀ ਇਹ ਆਦਮੀ ਜਿਹੜਾ ਹੈ, ਅਸੀਂ ਤਾਂ ਸਮਝਦੇ ਸੀ ਵੀ ਬੜਾ ਚੰਗਾ ਆਦਮੀ ਹੈ, ਵੀ ਜਾਤ ਪਾਤ ਨੂੰ ਮਿਟਾਉਂਦਾ, ਵਰਨ ਵਿਵਸਥਾ ਨੂੰ ਮੰਨਦਾ ਨਹੀਂ, ਤੇ ਆਪਣੇ ਛੂਆ-ਛਾਤ ਨੂੰ ਮੰਨਦਾ ਨਹੀਂ। ਪੜ੍ਹਾਈ ਕਹਿੰਦੇ ਕਰਨ ਦਿਓ, ਸਾਰੇ ਦਲਿਤ ਪੜ੍ਹਨ, ਸਾਰੇ ਇਹ ਜਿਹੜੇ ਕਰਮ ਕਾਂਡ ਆ ਛੱਡੋ, ਇਹ ਉਲਟੇ ਪੁਲਟੇ ਕੰਮ ਛੱਡੋ। ਜੀ ਵੀ ਇਹ ਪਰ ਇਹ ਜਿਹੜਾ ਸਾਡੇ ਗੁਰੂਆਂ ਦੇ ਉੱਤੇ ਮਾਰਦਾ, ਸੱਟ ਮਾਰਦਾ, ਇਹ ਸਾਤੋਂ ਬਰਦਾਸ਼ਤ ਨਹੀਂ ਹੁੰਦੀ। ਤਾਂ ਫਿਰ ਉਹ ਭਾਈ ਦਿੱਤ ਸਿੰਘ ਕਹਿਣ ਲੱਗਾ ਵੀ ਦੱਸੋ ਫਿਰ ਭਾਈ ਸਾਹਿਬ ਕਿੱਦਾਂ ਕਰੀਏ? ਕਹਿੰਦਾ ਕਿ ਮੈਂ ਤਾਂ ਨਹੀਂ ਜਾਣਾ, ਮੈਂ ਤਾਂ ਇੰਨੀ ਅਕਲ ਦਾ ਮੇਰੀ ਕੋਈ ਇੰਨੀ ਤਾਕਤ ਨਹੀਂ, ਤੂੰ ਜਾ। ਅੱਛਾ, ਤੂੰ ਜਾ ਉਹਨਾਂ ਕੇ। ਭਾਈ ਫਿਰ ਭਾਈ ਉਹਨਾਂ ਕੋਲੋਂ ਆਸ਼ੀਰਵਾਦ ਲੈ ਕੇ ਤੇ ਉਹ ਰੱਬ ਦਾ ਨਾਮ ਲੈ ਕੇ ਤੇ ਉਹ ਚਲਾ ਗਿਆ। ਉਹਨੂੰ ਪਤਾ ਲੱਗ ਗਿਆ ਵੀ ਫਲਾਨੀ ਜਗ੍ਹਾ ਠਹਿਰਿਆ ਹੈ, ਉੱਥੇ ਚਲਾ ਗਿਆ। ਜਦੋਂ ਉੱਥੇ ਗਿਆ, ਇਹ ਰਿਕਾਰਡ ਦੀਆਂ ਗੱਲਾਂ, ਮੈਂ ਐਵੇਂ ਝੂਠ ਨਹੀਂ ਬੋਲ ਰਿਹਾ, ਇਹ ਸਾਡੇ ਕੋਲ ਰਿਕਾਰਡ ਵੀ ਹੈਗਾ ਪਿਆ ਇਹਦਾ। ਜੀ ਜੀ ਜਦੋਂ ਭਾਈ ਸਾਹਿਬ ਉੱਥੇ ਗਏ, ਭਾਈ ਦਿੱਤ ਸਿੰਘ ਜੀ, ਤੇ ਦਇਆਨੰਦ ਨੇ ਲੈਕਚਰ ਕੀਤਾ। ਉਹਨੇ ਆਪਾਂ ਨੂੰ ਦੱਸਿਆ ਵੀ ਉਹਦੀ ਸ਼ਕਲ ਕਿੱਦਾਂ ਦੀ ਸੀ। ਮੋਨਾ ਸੀ ਉਹ, ਸਿਰ ਦੇ ਵਾਲ ਹੈ ਨਹੀਂ ਸੀਗੇ, ਘੋਣ ਮੋਹਨ ਸੀਗਾ, ਤੇ ਸੰਸਕ੍ਰਿਤ ਬੋਲਦਾ ਸੀ, ਲਾਲ ਪਟਨਾ ਜੇ ਉੱਤੇ ਭਗਮਾ ਕੱਪੜਾ ਰੱਖਿਆ ਸੀ। ਤੇ ਉਹ ਜਦੋਂ ਉਹ ਵੀ ਭਾਈ ਸਾਹਿਬ ਦਿੱਤ ਸਿੰਘ ਵੀ ਬਹਿ ਗਿਆ ਜਾ ਕੇ। ਜਦੋਂ ਲੈਕਚਰ ਕਰ ਹਟੇ ਤਾਂ ਉਹ ਕਹਿਣ ਲੱਗੇ ਵੀ ਬਈ ਜਿਹਨੂੰ ਕੋਈ ਸ਼ੰਕਾ ਉੱਠ ਕੇ ਪੁੱਛੇ ਬਈ। ਤੇ ਉਹਨੇ ਕੋਈ ਉੱਠਿਆ ਨਾ, ਇੱਕ ਮੁਸਲਮਾਨ ਵਿਚਾਰਾ ਉੱਠਿਆ ਤੇ ਉਹਨੇ ਕੁਐਸਚਨ ਕੀਤਾ, ਤੇ ਉਹਨੇ ਉਹਦਾ ਕੋਈ ਖਾਸ ਜਵਾਬ ਨਾ ਦੇ ਸਕਿਆ। ਉਹ ਕਹਿੰਦਾ ਚੱਲ ਨਿਕਲ ਬਾਹਰ ਹੀ ਤੂੰ, ਯਾਨੀ ਉਹਨੂੰ ਤਿਰਸਕਾਰ ਕਰਕੇ ਕਰ ਦਿੱਤਾ। ਉਹ ਵਿਚਾਰਾ ਚਲਾ ਗਿਆ। ਫਿਰ ਭਾਈ ਸਾਹਿਬ ਉੱਠੇ, ਉਹ ਕਹਿਣ ਲੱਗੇ ਵੀ ਮਹਾਤਮਾ ਜੀ, ਤੁਸੀਂ ਕਿਹਾ ਵੀ ਜਿਹੜੇ ਵੇਦ ਹੈ ਇਹ ਆਦਮੀ ਨੇ ਨਹੀਂ ਬਣਾਏ, ਤਾਂ ਇਹ ਜਿਹੜੇ ਵੇਦ ਹੈ ਇਹ ਅਪੌਰਸ਼ੀਏ ਹੈ। ਅਪੌਰਸ਼ੀਏ ਦਾ ਮਤਲਬ ਹੁੰਦਾ ਆਦਮੀ ਨੇ ਨਹੀਂ ਬਣਾਏ, ਇਹ ਪਰਮਾਤਮਾ ਨੇ ਬਣਾਏ ਹੈ। ਕਹਿੰਦਾ ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਅੱਛਾ, ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਵੀ ਪਰਮਾਤਮਾ ਨੇ ਵੇਦ ਬਣਾਏ ਆ, ਆਦਮੀ ਨੇ ਬਣਾਏ ਆ। ਅੱਛਾ, ਬਿਲਕੁਲ ਗੱਲ ਇਹ ਹੈਗੀ ਹੈ। ਇਸ ਵੇਲੇ ਗੁਰੂ ਜੀ ਗੱਲ ਇੰਨੀ ਆ, ਜਿਹੜੇ ਅਸੀਂ ਉਸ ਟਾਈਮ ਦੇ ਆ ਕਾਂਸ਼ੀ ਰਾਮ ਦੇ ਸਾਥੀ ਆ ਜੀ। ਕਾਂਸ਼ੀ ਰਾਮ ਜੀ ਚਲੋ ਨਿਰਵਾਣ ਪ੍ਰਾਪਤ ਕਰ ਗਏ, ਹਾਂਜੀ,
ਆਪਣੇ ਬੁੱਧ ਧਰਮ ਦੇ ਨਾਲ ਉਹਨਾਂ ਦਾ ਲਗਾਵ ਸੀ ਬਹੁਤ। ਜੀ ਬੁੱਧ ਧਰਮ ਦਾ ਵਿਸ਼ਵਾਸ ਰੱਖਦੇ ਸੀ ਉਹ। ਅਗਰ ਜੀਂਦੇ ਰਹਿੰਦੇ ਤਾਂ ਬੁੱਧ ਧਰਮ ਦੀ ਲਹਿਰ ਵੀ ਉਹ ਬਾਅਦ ਨਾਲ ਵੱਧਦੇ ਜਾਣੀ ਸੀ। ਬਿਲਕੁਲ ਬਿਲਕੁਲ। ਤੇ ਉਹ ਚਲੇ ਗਏ। ਇਹਨਾਂ ਸਾਡੇ ਸਮਾਜ ਨੂੰ ਬਹੁਤ ਧੱਕਾ ਲੱਗਾ। ਹੁਣ ਇਹ ਆ ਵੀ ਅਸੀਂ ਲੀਡਰਲੈਸ ਹੋ ਗਏ। ਹੁਣ ਸਾਨੂੰ ਕੋਈ ਨਾਇਕ ਨਹੀਂ ਮਿਲਦਾ। ਨਾਇਕ ਹੈਗੇ ਆ ਪਰ ਇਹ ਹੁਣ ਨਾਇਕ ਜਿਹੜਾ ਰਾਤੋਂ ਰਾਤ ਥੋੜ੍ਹਾ ਬਣ ਜਾਂਦਾ। ਲੋਕਾਂ ਦਾ ਵਿਸ਼ਵਾਸ ਜਿੱਤਣਾ, ਬਿਲਕੁਲ ਲੋਕਾਂ ਦਾ ਮਨ ਜਿੱਤਣਾ, ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਲੈਣਾ, ਇਹ ਜਾਂ ਤਾਂ ਕੋਈ ਅੰਬੇਡਕਰ ਹੀ ਕਰ ਸਕਦਾ ਜਾਂ ਕਾਂਸ਼ੀ ਰਾਮ ਕਰ ਸਕਦਾ। ਵਾਹ। ਇੱਦਾਂ ਦਾ ਲੀਡਰ ਪੈਦਾ ਹੋਊਗਾ ਤਾਂ ਫਿਰ ਗੱਲ ਬਣਨੀ ਹੈ। ਤਿਆਗੀ ਹੋਵੇ, ਸਮਰਪਿਤ ਹੋਵੇ, ਜਿਹਨੂੰ ਲਾਲਚ ਨਾ ਹੋਵੇ। ਅੱਜ ਤਾਂ ਪੈਸੇ ਦੇ ਵਿਕ ਰਹੇ। ਸਾਡੇ ਜਿੰਨੇ MLA ਹੈ ਸਭ ਬਕਾਊ ਹਾਲ ਹੈ। ਜਿੰਨੇ MP ਸਭ ਬਕਾਊ ਹਾਲ ਹੈ। ਜਿੰਨੇ ਲੀਡਰ ਪੈਦਾ ਸਭ ਬਕਾਊ ਹਾਲ ਹੈ। ਮੈਂ ਵੀ ਵਿੱਚ ਹੀ ਹਾਂ। ਮੈਂ ਆਪਣੇ ਆਪ ਨੂੰ ਕੋਈ ਬਹੁਤ ਨਹੀਂ ਸਮਝਦਾ ਕਿ ਮੈਂ ਵੀ ਬਹੁਤ ਦੁੱਧ ਧੋਣਾ ਧੋਤਾ ਆ। ਪਰ ਗੱਲ ਇਹ ਆ, ਸਾਨੂੰ ਇੰਨੀ ਖੁਸ਼ੀ ਹੈਗੀ ਆ ਵੀ ਬੇਸ਼ੱਕ ਅਸੀਂ ਗਾਂ ਮੂਵਮੈਂਟ ਨੂੰ ਨਹੀਂ ਚਲਾ ਸਕੇ, ਪਰ ਕਾਂਸ਼ੀ ਰਾਮ ਦੇ ਜੁੜਨ ਦੇ ਨਾਲ ਜਿਹੜੀ ਸਾਡੀ ਪਰਿਵਾਰਕ ਸੋਚ ਸੀ, ਸਾਡੇ ਬਜ਼ੁਰਗਾਂ ਦੀ ਸੋਚ ਸੀ, ਉਹਨੂੰ ਅਸੀਂ ਬੰਨ੍ਹ ਕੇ ਰੱਖਿਆ। ਅਤੇ ਉਹਦੇ ਨਾਲ ਅਸੀਂ ਪਰਮ ਪੂਜਯ ਬਾਬਾ ਸਾਹਿਬ ਦਾ ਮੈਸੇਜ ਜਿਹੜਾ ਸੀ, ਜਨ ਕਲਿਆਣ ਮੈਸੇਜ, ਬਹੁਜਨ ਹਿਤਾਏ ਬਹੁਜਨ ਸੁਖਾਏ ਜੀ, ਉਹਨੂੰ ਮੈਨੂੰ ਘੱਟ ਤੋਂ ਘੱਟ ਮੈਨੂੰ ਇੰਨੀ ਖੁਸ਼ੀ ਆ, ਸ਼ਾਂਤ ਮਨ, ਆਈ ਐਮ ਸੈਟਿਸਫਾਈਡ ਕਿ ਅਸੀਂ ਘੱਟ ਤੋਂ ਘੱਟ ਕਾਂਸ਼ੀ ਰਾਮ ਦੇ ਨਾਲ ਲੱਗ ਕੇ ਬਾਬਾ ਸਾਹਿਬ ਦੀ ਮੂਵਮੈਂਟ ਨੂੰ ਉਹਨਾਂ ਘਰਾਂ ਵਿੱਚ ਲਗਾਏ। ਉਹਨਾਂ ਘਰਾਂ ਵਿੱਚ ਅਸੀਂ ਦੀਪਕ ਜਗਾਇਆ ਜਿਨ੍ਹਾਂ 'ਚ ਕਦੇ ਰੋਸ਼ਨੀ ਸੀ ਹੋਈ, ਜਿੱਥੇ ਕੋਈ ਰੋਸ਼ਨੀ ਨਹੀਂ ਸੀ। ਕਹਿਣ ਦਾ ਭਾਵ ਹੈ ਜਿੱਥੇ ਅੰਬੇਡਕਰ ਨਹੀਂ ਸੀ ਪਹੁੰਚਿਆ, ਅਸੀਂ ਅੰਬੇਡਕਰ ਸਾਹਿਬ ਨੂੰ ਉੱਥੇ ਵੀ ਪਹੁੰਚਾਤਾ। ਤੋ ਇਸ ਕਰਕੇ ਮੈਂ ਆਸ਼ਾਵਾਦੀ ਹਾਂ, ਨਿਰਾਸ਼ਾਵਾਦੀ ਨਹੀਂ। ਦੇਖੋ ਆਦਮੀ ਆਸ਼ਾ ਨਾਲ ਜੀਂਦਾ। ਬਿਲਕੁਲ ਬਿਲकुल ਬਿਲकुल। ਆਦਮੀ ਨੂੰ ਪੈਸੀਮਿਸਟ ਨਹੀਂ ਹੋਣਾ ਚਾਹੀਦਾ ਜੀ, ਆਪਟੀਮਿਸਟਿਕ ਹੋਣਾ ਚਾਹੀਦਾ। ਮੈਂ ਆਪਟੀਮਿਸਟਿਕ ਹੈ। ਮੈਂ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਮੰਨਣ ਵਾਲਾ ਔਰ ਆਪਣੇ ਭਗਵਾਨ ਬੁੱਧ ਨੂੰ ਮੰਨਣ ਵਾਲਾ, ਪਰਮ ਪੂਜਯ ਬਾਬਾ ਸਾਹਿਬ ਨੂੰ ਮੰਨਣ ਵਾਲਾ। ਮੈਂ ਇਹ ਇਮਾਨਦਾਰੀ ਨਾਲ ਸੋਚ ਰੱਖਦਾ ਕਿ ਕੋਈ ਗੱਲ ਨਹੀਂ, ਲੀਡਰ ਆਉਣਗੇ ਪਰ ਸਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਕੋਈ ਨਹੀਂ। ਜੀ, ਸਮਾਂ ਬਦਲਦਾ ਰਹਿੰਦਾ। ਬਿਲਕੁਲ। ਬਾਬਾ ਸਾਹਿਬ ਦੀ ਗੱਲ ਸਾਨੂੰ ਕੰਨਾਂ ਵਿੱਚ ਭਿਣਕਦੀ ਆ ਕਿ ਇੱਕ ਵਾਰੀ ਉਹ ਨਾਗਪੁਰ ਵਿੱਚ ਉਹਨੇ ਭਾਸ਼ਣ ਕੀਤਾ ਤੇ ਉਹ ਭਾਵੁਕ ਹੋ ਗਏ। ਕਹਿਣ ਲੱਗੇ ਕਿ ਅੰਗਰੇਜ਼ੀ ਵਿੱਚ ਮੈਂ ਕਹਿਣ ਲੱਗਾ, some of you nurse a notion that you will never rise in life. Remember, the age of helplessness is over. A new epoch has set in. Everything is now possible. ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਦੀ ਤੁਹਾਡੀ ਇਹ ਧਾਰਨਾ ਹੈ ਕਿ ਤੁਸੀਂ ਜੀਵਨ ਦੇ ਵਿੱਚ ਗਾਹਾਂ ਨਹੀਂ ਵੱਧ ਸਕਦੇ, ਨਹੀਂ ਜਾਂਦੇ। ਤੁਹਾਡੀ ਇਹ ਧਾਰਨਾ ਬਣੀ ਹਜ਼ਾਰਾਂ ਸਾਲਾਂ ਤੋਂ ਜੀ। ਪਰ ਯਾਦ ਰੱਖੋ, ਮੈਂ ਤੁਹਾਡੀ ਲੜਾਈ ਲੜ ਕੇ ਮੈਂ ਇੱਕ ਨਵੇਂ ਯੁੱਗ ਦਾ ਪਰਿਵਰਤਨ ਲਿਆਂਦਾ, ਨਵਾਂ ਯੁੱਗ ਲਿਆਂਦਾ ਮੈਂ। ਹੁਣ ਐਵਰੀਥਿੰਗ ਇਜ਼ ਪੋਸੀਬਲ, ਹਰ ਚੀਜ਼ ਸੰਭਵ ਹੈ, ਹੋ ਸਕਦਾ। ਇਹ ਲਫ਼ਜ਼ ਜਿਹੜੇ ਆ ਬਾਬਾ ਸਾਹਿਬ ਦੇ ਸਾਡੇ ਕੰਨਾਂ 'ਚ ਗੂੰਜਦੇ ਆ। ਫਿਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਦੋਂ ਰਤੂ ਸਾਹਿਬ ਨੇ ਪੁੱਛਿਆ ਜੀ ਕਿ ਤੁਹਾਡਾ ਅੰਤਮ ਮੈਸੇਜ ਕੀ ਹੈ, ਤੇ ਉਹਨਾਂ ਨੇ ਕਿਹਾ ਵੀ ਦੇਖੋ ਬਈ, ਮੈਂ ਬੜੀ ਮੁਸ਼ਕਲਾਂ ਦੇ ਨਾਲ, ਤਕਲੀਫਾਂ ਦੇ ਨਾਲ ਇਹ ਜਿਹੜਾ ਕੌਮ ਦਾ ਕਾਰਵਾ ਇੱਥੇ ਖਿੱਚ ਕੇ ਲਿਆ। ਵਾਹ ਜੀ ਵਾਹ। ਔਰ ਇਹ ਮੈਂ ਤਦ ਕਰ ਸਕਿਆ ਕਿ ਮੈਨੂੰ ਤਕਲੀਫਾਂ ਬਹੁਤ ਹੋਈਆਂ ਜੀ। ਮੈਂ ਭੁੱਖਾ ਵੀ ਰਿਹਾ, ਤਸੀਹੇ ਵੀ ਸਹੇ ਜੀ, ਦੁੱਖ ਵੀ ਸਹੇ, ਪਰਿਵਾਰ ਦੇ ਬੱਚੇ ਵੀ ਮੇਰੇ ਮਰ ਗਏ, ਪਰ ਮੈਂ ਆਪਣੀ ਲੜਾਈ ਨਹੀਂ ਛੱਡੀ। ਔਰ ਇਹ ਕਾਰਵਾਂ ਮੈਂ ਇੱਥੇ ਤੱਕ ਖਿੱਚ ਕੇ ਲੈ ਆਂਦਾ। ਹੁਣ ਇਹ ਕਾਰਵਾਂ ਜਿਹੜਾ ਤੁਸੀਂ ਚਲਾਉਣਾ, ਅਗਰ ਤੁਸੀਂ ਜਿਹੜੇ ਮੇਰੇ ਗੱਦੀ ਨਸ਼ੀਨ ਹੈ, ਜਿਹੜੇ ਆਉਣ ਵਾਲੇ ਆ ਪੀੜ੍ਹੀਆਂ, ਉਹ ਇਸ ਨੂੰ ਗਾਹਾਂ ਲਿਜਾਣ, ਅਗਰ ਉਹ ਇਸ ਨੂੰ ਗਾਹਾਂ ਲਿਜਾਣ ਦੇ ਵਿੱਚ ਅਸਮਰਥ ਹੈ,
ਤਾਂ ਮਿਹਰਬਾਨੀ ਕਰਕੇ ਇਹਨੂੰ ਇੱਥੇ ਖੜਾ ਰਹਿਣ ਦੇਣ। ਇਹਨੂੰ ਕਿਸੇ ਵੀ ਹਾਲਤ ਵਿੱਚ ਪਿਛਾ ਨਹੀਂ ਜਾਣ ਦੇਣਾ ਚਾਹੀਦਾ। ਨਾ ਜਾਣ ਦਿਓ। ਕੋਈ ਆਦਮੀ ਐਸਾ ਬਹਾਦਰ ਪੈਦਾ ਹੋ ਜਾਏਗਾ ਜਿਹੜਾ ਮੇਰੀ ਸੋਚਦਾ ਹੋਏਗਾ, ਉਹ ਇਸ ਕਾਰਵਾਂ ਨੂੰ ਚੱਪੂ ਲਾ ਕੇ ਗਾਂ ਲੈ ਜਾਏਗਾ। ਫਿਰ ਲੈ ਜਾਏਗਾ, ਬਿਲਕੁਲ। ਇਹ ਉਹਨਾਂ ਨੇ ਚਾਹੇ ਉਹਨਾਂ ਨੂੰ ਸਮਝ ਲਓ ਕਿ ਉਹਨਾਂ ਨੇ ਦੇਖਿਆ ਵੀ ਮੇਰੇ ਗੱਦੀ ਨਸ਼ੀਨ ਜਿਹੜੇ ਨਕਾਬਲ ਹੈ, ਠੀਕ ਨਹੀਂ ਹੈ। ਇੱਕ ਮੈਨੂੰ ਹੋਰ ਗੱਲ ਗੁਰੇਜ਼ ਸਾਹਿਬ ਯਾਦ ਹੁੰਦੀ ਉਹਨਾਂ ਦੀ, ਉਹ ਇਹ ਹੈ ਕਿ ਉਹ ਕਿਆ ਕਰਦੇ ਹੁੰਦੇ ਸੀਗੇ ਕਿ ਮੈਨੂੰ ਗਰੀਬ ਜਨਤਾ ਨੇ ਧੋਖਾ ਨਹੀਂ ਦਿੱਤਾ। ਹਾਂ, ਮੈਨੂੰ ਗਰੀਬ ਜਨਤਾ ਨੇ ਧੋਖਾ ਨਹੀਂ ਦਿੱਤਾ, ਹਾਂ, ਮੈਨੂੰ ਮੇਰੇ ਪੜ੍ਹੇ ਲਿਖੇ ਨੌਜਵਾਨਾਂ ਨੇ ਧੋਖਾ ਦਿੱਤਾ, ਜਿਨ੍ਹਾਂ ਵਾਸਤੇ ਮੈਂ ਮਰਿਆ, ਜਿਨ੍ਹਾਂ ਵਾਸਤੇ ਮੈਂ ਸਮਾਜ ਦੇ ਨਾਲ ਮੱਥਾ ਲਾਇਆ, ਜਿਨ੍ਹਾਂ ਦੇ ਕਰਕੇ ਮੈਂ ਆਪਣੀ ਹਾਸੋਹੀਣੀ ਵੀ ਕਰਾਈ ਔਰ ਹਿਊਮਿਲੀਏਟ ਕੀਤਾ ਉਹਨਾਂ ਨੇ ਮੈਨੂੰ, ਪਰ ਮੈਂ ਜੀਂਦਾ ਜਾਗਦਾ ਰਿਹਾ। ਇਸ ਕਰਕੇ ਜੀਂਦਾ ਜਾਗਦਾ ਰਿਹਾ ਕਿ ਕਰੋੜਾਂ ਹੀ ਜਿਹੜੇ ਬੇਸਹਾਰਾ ਲੋਕ ਸੀ ਉਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਸੀ। ਬਿਲਕੁਲ। ਉਹਨਾਂ ਦੀਆਂ ਜਿਹੜੀਆਂ ਸ਼ੁਭ ਕਾਮਨਾਵਾਂ ਸੀ ਮੇਰੇ ਨਾਲ ਹੈ। ਪਰ ਮੈਨੂੰ ਦੁੱਖ ਇਸ ਗੱਲ ਦਾ ਹੋ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਮੇਰੀ ਮਿਹਨਤ ਤੋਂ ਬਾਅਦ, ਪੜ੍ਹਾਈ ਤੋਂ ਬਾਅਦ, ਮੇਰੇ ਪਰਿਸ਼ਰਮ ਤੋਂ ਬਾਅਦ ਜਿਹੜੇ ਪੜ੍ਹੇ ਲਿਖੇ ਆ, ਪੜ੍ਹ ਲਿਖ ਕੇ ਤੁਸੀਂ ਜਿਹੜੇ ਉਹਨੇ ਮੈਨੂੰ ਧੋਖਾ ਦਿੱਤਾ। ਉਹ ਪੁੱਛਿਆ ਕਿਸੇ ਨੇ ਵੀ ਬਾਬਾ ਸਾਹਿਬ ਤੁਸੀਂ ਤਾਂ ਇਹ ਗੱਲ ਕਿਦੋਂ ਕਹੀ ਹੈ? ਉਹਨੇ ਫਿਰ ਗੱਲ ਸੁਣਾਈ ਕਿ ਮੈਂ ਜਦੋਂ ਵਾਇਸਰਾਏ ਦਾ ਮੈਂਬਰ ਸੀ, ਜਵਾਹਰ ਲਾਲ ਨਹਿਰੂ ਦੀ ਕੈਬਨਿਟ ਲਾਅ ਮਿਨਿਸਟਰ ਸੀਗਾ, ਅਤੇ ਲਾਅ ਮਿਨਿਸਟਰ ਹੋਣ 'ਤੇ ਮੈਂ ਇੱਕ ਵਾਰੀ ਮੈਂ ਜਵਾਹਰ ਲਾਲ ਨਹਿਰੂ ਜੀ ਨੂੰ ਕਿਹਾ ਵੀ ਪੰਡਤ ਜੀ ਮੇਰੀ ਇੱਕ ਤਜਵੀਜ਼ ਹੈ। ਉਹ ਕਹਿੰਦੇ ਬੋਲੋ ਡਾਕਟਰ ਸਾਹਿਬ। ਕਹਿੰਦਾ ਤਜਵੀਜ਼ ਹੈ ਕਿ ਮੇਰੇ ਕੁਛ ਆਦਮੀ ਪੜ੍ਹ ਲਿਖ ਗਏ, BA ਕਰ ਗਏ, MA ਕਰ ਗਏ, ਪੜ੍ਹ ਲਿਖ ਗਏ ਆ, ਅਤੇ ਮੈਂ ਸਮਝਦਾ ਕਿ ਉਹਨਾਂ ਨੂੰ ਸਰਕਾਰੀ ਖਰਚੇ 'ਤੇ ਬਾਹਰਲੇ ਵਿਦੇਸ਼ਾਂ ਵਿੱਚ ਘੱਲਿਆ ਜਾਵੇ, ਉੱਥੇ ਉਹ ਵੱਖ-ਵੱਖ ਮਹਿਕਮਿਆਂ ਵਿੱਚ ਟ੍ਰੇਨਿੰਗ ਲੈ ਕੇ ਆਉਣ ਅਤੇ ਵਾਪਸ ਆ ਕੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਚੰਗੀ ਨੌਕਰੀ ਮਿਲੇ। ਨਹਿਰੂ ਸਾਹਿਬ ਬੜੇ ਲਿਬਰਲ ਸੀਗੇ। ਦੇਖੋ, ਹੀ ਵਾਜ਼ ਅ ਗ੍ਰੇਟ ਮੈਨ, ਹੀ ਵਾਜ਼ ਅ ਗ੍ਰੇਟ ਲਿਬਰਲ, ਕਿਉਂਕਿ ਉਹ ਡੈਮੋਕ੍ਰੇਸੀ 'ਚ ਪੈਦਾ ਹੋਏ ਸੀਗੇ। ਜੀ ਜੀ ਜੀ। ਅਤੇ ਲਾਈਕ ਡਾਕਟਰ ਅੰਬੇਡਕਰ ਹੀ ਵਾਜ਼ ਆਲਸੋ ਅ ਗ੍ਰੇਟ ਮੈਨ। ਜੀ ਜੀ। ਅਤੇ ਉਹਨੇ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਲਿਸਟ ਦਿਓ ਮੈਨੂੰ, ਮੈਂ ਹੁਣੇ ਗੱਲ ਦੇਣਾ। ਬਾਬਾ ਸਾਹਿਬ ਨੇ ਲਿਸਟ ਬਣਾ ਕੇ ਦਿੱਤੀ। ਉਹ 'ਚ ਗਏ ਲੋਕ, ਕੋਈ ਜਰਮਨ ਗਿਆ, ਕੋਈ ਇਟਲੀ ਗਿਆ, ਕੋਈ ਇੰਗਲੈਂਡ ਗਿਆ, ਕੋਈ ਕਿਤੇ ਗਿਆ। ਉਹ ਬੱਚੇ ਉੱਥੋਂ ਪੜ੍ਹ ਕੇ ਲੈ ਕੇ ਆ ਗਏ। ਜਦੋਂ ਪੜ੍ਹ ਕੇ ਲੈ ਕੇ ਆ ਗਏ ਤਾਂ ਬਾਬਾ ਸਾਹਿਬ ਨੇ ਕਿਹਾ ਕਿ ਮੈਂ ਉਹਨਾਂ ਨੂੰ ਫਿਰ ਆਪਣੇ ਕੋਠੀ ਬੁਲਾਇਆ ਚਾਹ ਪਾਣੀ 'ਤੇ। ਕੋਠੀ ਬੁਲਾ ਕੇ ਮੈਂ ਉਹਨਾਂ ਨੂੰ ਕਿਹਾ ਬਈ ਦੇਖੋ ਕਾਕਾ, ਤੁਸੀਂ ਇਹ ਨਾ ਸਮਝਿਓ ਵੀ ਇੱਥੇ ਡਾਕਟਰ ਅੰਬੇਡਕਰ ਸਾਹਿਬ ਨੇ ਸਾਨੂੰ ਸੱਦ ਕੇ ਕੋਈ ਸਾਡੇ 'ਤੇ ਕੋਈ ਬੋਝ ਪਾਉਣਾ। ਮੈਂ ਤੁਹਾਡੇ ਕੋਈ ਬੋਝ ਨਹੀਂ ਪਾਉਣਾ, ਕੋਈ ਵਿਗਾੜ ਨਹੀਂ ਪਾਉਣੀ। ਮੈਂ ਤੁਹਾਨੂੰ ਆਪਣਾ ਜ਼ਿੰਮੇਵਾਰੀ ਜਿਹੜੀ ਮੇਰੇ ਸਿਰ 'ਤੇ ਮੈਂ ਨਿਭਾਈ ਹੈ। ਤੁਸੀਂ ਗਏ ਹੋ, ਮੈਨੂੰ ਬੜੀ ਖੁਸ਼ੀ, ਤੁਸੀਂ ਪੜ੍ਹ ਲਿਖ ਕੇ ਆ ਗਏ ਹੋ। ਮੇਰੀ ਇੱਕ ਗੱਲ ਯਾਦ ਰੱਖਿਓ। ਉਹ ਕਹਿੰਦੇ ਕੀ? ਕਹਿੰਦੇ ਵੀ ਹੁਣ ਤੁਹਾਨੂੰ ਨੌਕਰੀਆਂ ਮਿਲ ਜਾਣੀਆਂ ਵਧੀਆ, ਤੁਹਾਨੂੰ ਕੋਠੀਆਂ ਮਿਲ ਜਾਣੀਆਂ, ਤੁਹਾਨੂੰ ਵਿਆਹ ਸ਼ਾਦੀਆਂ ਹੋ ਜਾਣੀਆਂ, ਅਤੇ ਇੱਕ ਮੇਰੀ ਗੱਲ ਯਾਦ ਰੱਖਿਓ ਕਿ ਜਦੋਂ ਕਿਤੇ ਸਾਲ ਟਾਈਮ ਲੱਗੇ ਤਾਂ ਆਪਣੇ ਬੱਚਿਆਂ ਸਮੇਤ ਆਪਣੀ ਵਾਈਫ ਨੂੰ ਨਾਲ ਲੈ ਕੇ ਜਾਂ ਆਪ ਵੀ ਆਪਣੇ ਪਿੰਡਾਂ ਵਿੱਚ ਜਾਇਓ, ਆਪਣੇ ਮਾਂ ਪਿਓ ਨੂੰ ਮਿਲਿਓ, ਰਿਸ਼ਤੇਦਾਰਾਂ ਨੂੰ ਮਿਲਿਓ, ਔਰ ਉੱਥੇ ਜਾ ਕੇ ਉਹਨਾਂ ਨਾਲ ਬੈਠ ਕੇ ਰੋਟੀ ਪਾਣੀ ਕਰਿਓ, ਦੁੱਖ ਸੁੱਖ ਕਰਿਓ। ਅਤੇ ਉਹ ਕਹਿੰਦੇ ਜੀ ਬੜੀ ਸਿੰਪਲ ਗੱਲ ਹੈ, ਜਾਵਾਂਗੇ, ਅਸੀਂ ਜ਼ਰੂਰ ਜਾਵਾਂਗੇ। ਉਹ ਕਹਿੰਦੇ ਨਹੀਂ, ਇਹ ਕਰਕੇ ਦਿਖਾ ਲੈਣਾ, ਕਰਕੇ ਦਿਖਾ। ਉਹ ਕਹਿੰਦੇ ਫਿਰ ਚੱਲ ਜਾਵਾਂਗੇ। ਕਹਿੰਦੇ ਇਹਦਾ ਫਾਇਦਾ ਇਹ ਹੋਊਗਾ, ਮੈਂ ਤਾਂ ਗੱਲ ਕਹੀ ਆ ਕਿ ਖਰਬੂਜੇ ਨੂੰ ਖਰਬੂਜਾ ਦੇ ਕੇ ਰੰਗ ਫੜਦਾ। ਜਦੋਂ ਤੁਸੀਂ ਜਾਓਗੇ ਉੱਥੇ ਤਾਂ ਜਦੋਂ ਇੱਕ ਲੜਕੇ ਦਾ ਪੜ੍ਹਿਆ ਲਿਖਿਆ ਮੁੰਡਾ ਕੋਟ ਪੈਂਟ ਪਾ ਕੇ, ਟਾਈ ਲਾ ਕੇ, ਬੋ ਲਾ ਕੇ, ਜੇਬ 'ਚ ਰੁਮਾਲ ਪਾ ਕੇ, ਜੇਬ 'ਚ ਘੜੀ ਪਾ ਕੇ, ਹੈ ਜੀ, ਅਤੇ ਸਿਰ 'ਤੇ ਹੈਟ ਰੱਖ ਕੇ ਉੱਥੇ ਜਦੋਂ ਜਾਊਗਾ ਅੰਗਰੇਜ਼ੀ ਬੋਲੂਗਾ, ਲੋਕਾਂ ਨੂੰ ਪਤਾ ਲੱਗੂਗਾ ਵੀ ਲੈ ਵੀ ਇਹ ਫਲਾਣੇ ਦਾ ਮੁੰਡਾ, ਇਹ ਪੜ੍ਹ ਲਿਖ ਗਿਆ ਅਤੇ ਇਹਦੀ ਕਾਇਆ ਪਲਟ ਗਈ ਸਾਰੀ, ਦੇਖ ਲਓ ਕੀ ਬਣ ਗਿਆ ਇਹ। ਅਤੇ ਜੇ ਬਈ ਨੱਥੂ ਰਾਮਾ, ਇਹ ਨੱਥੂ ਰਾਮ ਦਾ ਮੁੰਡਾ ਬਣ ਸਕਦਾ,
ਤੇ ਲੱਭੂ ਦਾ ਕਿਉਂ ਨਹੀਂ ਬਣ ਸਕਦਾ? ਉਹ ਵੀ ਬਣ ਸਕਦਾ ਆ ਬਿਲਕੁਲ ਬਿਲਕੁਲ। ਜਾਨੀ ਇਹ ਤਰਕ ਦੇ ਕੇ ਬਾਬਾ ਸਾਹਿਬ ਨੇ ਉਹਨਾਂ ਨੂੰ ਇਹ ਦੇਖੋ ਕਿੰਨੇ ਦੂਰ ਤਰਚੀ ਕਿੱਡੇ ਕੀ ਸੀ। ਬਾਤ ਹੈ, ਬਿਲਕੁਲ। ਤੇ ਉਹ ਲੋਕਾਂ ਦੇ ਵਿੱਚ ਉਹ ਗੱਲ ਕਰ ਗਈ ਵੀ ਡਾਕਟਰ ਅੰਬੇਡਕਰ ਨੇ ਪੜ੍ਹੇ ਲਿਖਿਆ ਨੂੰ ਉੱਥੇ ਕੱਲਿਆ ਤੇ ਇਹ ਪੜ੍ਹ ਲਿਖ ਕੇ ਇੰਨੇ ਬਣ ਗਏ, ਤੇ ਜੇ ਇਹ ਇਦਾਂ ਦੇ ਬਣ ਗਏ ਤਾਂ ਸਾਡੇ ਬੱਚੇ ਨਹੀਂ ਬਣ ਸਕਦੇ। ਸਾਡੇ ਬਣ ਸਕਦੇ, ਬਿਲਕੁਲ। ਇਹ ਵੀ ਉਦਾਂ ਦਾ ਹੀ ਸਾਡੇ ਵੀ। ਉਹ ਬੱਚਾ ਉਹ ਖਰਬੂਜੇ ਨੂੰ ਖੂਜ ਦਾ ਰੰਗ ਫੋੜਿਆ, ਉਹ ਬਾਬਾ ਸਾਹਿਬ ਦੀ ਗੱਲ ਦੇ ਉਹ ਬੱਚੇ ਚੱਲੇ ਨੇ, ਇੱਕ ਦੋ ਚੱਲੇ, ਬਾਕੀ ਚੱਲੇ ਨੇ। ਔਰ ਉਹ ਸਾਰੇ ਉਹਨਾਂ ਨੂੰ ਕੋਠੀਆਂ ਮਿਲ ਗਈਆਂ, ਉਹ ਆਰਾਮ ਪ੍ਰਸਤ ਹੋ ਗਏ, ਆਰਾਮ ਆਪਣੇ ਵਿਅਸਕ ਬਣ ਗਏ, ਸ਼ਰਾਬਾਂ ਪੀਣ ਲੱਗ ਪਏ, ਹੋਟਲਾਂ ਜਾਣ ਲੱਗ ਪਏ, ਉਲਟੇ ਪੁਲਟੇ ਕੰਮ ਕਰਨ ਲੱਗ ਪਏ। ਉਹ ਸਮਾਜ ਨੂੰ ਹੀ ਭੁੱਲ ਗਏ, ਆਪਣੇ ਮਾਂ ਪਿਓ ਨੂੰ ਭੁੱਲ ਗਏ। ਤੋ ਇਹ ਫਿਰ ਬਾਬਾ ਸਾਹਿਬ ਇਸ ਗੱਲ ਤੋਂ ਦੁਖੀ ਸੀਗੇ ਜੀ ਜੀ ਵੀ ਇਹ ਮੈਨੂੰ ਪੜ੍ਹੇ ਲਿਖੇ ਸਮਾਜ ਤੋਂ ਦਿੱਤਾ। ਮੈਂ ਪੜ੍ਹੇ ਲਿਖਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜੀ, ਜਿਹੜੇ ਹੁਣ ਦੇ ਜਵਾਨ ਪੜ੍ਹੇ ਲਿਖੇ ਆ ਜਾਂ ਜਿਹੜੇ ਆਉਣ ਵਾਲੇ ਵੀ ਆ, ਕਿ ਇਹ ਗੱਲ ਜਿਹੜੀ ਬਾਬਾ ਸਾਹਿਬ ਨੇ ਕਹੀ ਸੀ ਉਹਨਾਂ ਬੇਵਕੂਫ ਲੋਕਾਂ ਮੁੰਡਿਆਂ ਤੋਂ, ਉਹ ਜਿਹੜੇ ਮੂਰਖ ਬੱਚੇ ਜਿਹੜੀ ਉਹਨਾਂ ਦੀ ਮਿਹਨਤ ਤੋਂ ਪੜ੍ਹ ਕੇ ਉਹਨਾਂ ਦੀ ਗੱਲ ਨੂੰ ਜਿਹਨਾਂ ਨਹੀਂ ਗੱਲ ਮੰਨਿਆ, ਮੈਂ ਤੁਹਾਨੂੰ ਬੱਚਿਓ ਬੇਨਤੀ ਕਰਦਾ, ਤੁਸੀਂ ਪੜ੍ਹ ਗਏ ਹੋ, ਤੁਹਾਨੂੰ ਵਜ਼ੀਫੇ ਮਿਲੇ ਆ, ਇਹ ਡਾਕਟਰ ਅੰਬੇਡਕਰ ਦੀ ਦੇਣ ਹੈ, ਤੇ ਤੁਸੀਂ ਘੱਟ ਤੋਂ ਘੱਟ ਉੱਦਾਂ ਦੇ ਨਾ ਬਣਿਓ ਜਿੱਦਾਂ ਦੇ ਉਹ ਬਣੇ ਸੀ। ਤੁਸੀਂ ਬਾਬਾ ਸਾਹਿਬ ਦੇ ਚੰਗੇ ਸ਼ਰਧਾਲੂ ਬਣਨਾ, ਅੱਛੇ ਖੈਰ ਖਵਾ ਵਫਾਦਾਰ ਕੌਮ ਦੇ ਵਫਾਦਾਰ ਸਿਪਾਹੀ ਬਣਨਾ। ਸੋ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਅੱਜ ਦੇ ਬੱਚਿਆਂ ਨੂੰ, ਤਾਂ ਕਿ ਆਪਣੀ ਮੂਵਮੈਂਟ ਜਿਹੜੀ ਆ ਇਹ ਜੁੜੀ ਰਹੇ। ਔਰ ਫਿਰ ਮੈਂ ਗੱਲ ਇਹ ਦਰਾਉਣਾ ਕਿ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ, ਆਸ਼ਾਵਾਦੀ ਬਣੋ। ਰੋਮ ਵਾਸ ਨਾਟ ਬਿਲਟ ਇਨ ਏ ਡੇ। ਰੋਮ ਇੱਕ ਦਿਨ 'ਚ ਨਹੀਂ ਸੀ ਬਣ ਗਿਆ, ਉਹਨੂੰ ਖਰਾ ਕਿੰਨੀਆਂ ਸਦੀਆਂ ਲੱਗੀਆਂ ਬਣਨ ਵਾਸਤੇ, ਤੇ ਆਪਾਂ ਰੋਮ ਤੋਂ ਵੀ ਵਧੀਆ ਬਣਾਉਣਾ ਆਪਣੇ ਮੁਲਕ ਨੂੰ। ਵਾਹ, ਕੀ ਬਾਤ ਹੈ ਜੀ। ਤੇ ਇਹ ਬਣਨਾ ਤਾਂ ਆ, ਇਹ ਇਕੱਲੇ ਸਾਰਿਆਂ ਨੇ ਇੱਕ ਕੁਛ ਆਦਮੀ ਨਹੀਂ ਇਹਨੂੰ ਬਣਾ ਸਕਦੇ, ਸਾਰੇ ਹੀ ਮਿਲ ਕੇ ਬਣਾਉਣਗੇ। ਇਹ 1 ਅਰਬ ਤੋਂ ਵੱਧ ਸਾਡੀ 1 ਅਰਬ ਤੇ 30 ਕਰੋੜ ਦੀ ਆਬਾਦੀ ਹੈ ਸਾਰੇ ਮੁਲਕ ਦੀ। ਉਹਦੇ 'ਚ ਭਿੰਨ ਕਿਸਮ ਦੇ ਲੋਕ ਰਹਿੰਦੇ ਆ, ਬਾਹਮਣ ਵੀ ਰਹਿੰਦੇ ਆ, ਚਮਾਰ ਵੀ ਰਹਿੰਦੇ ਆ, ਜੱਟ ਵੀ ਰਹਿੰਦੇ ਆ, ਖਰਾ ਕਿੰਨੀ ਜਾਤਾਂ ਰਹਿੰਦੀਆਂ, 6000 ਜਾਤਾਂ ਬੈਕਵਰਡ ਕਲਾਸਿਸ ਦੀ ਰਹਿੰਦੀਆਂ ਹੈਗੀਆਂ। ਇਹਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਆਪਾਂ ਇਸ ਮੂਵਮੈਂਟ ਨੂੰ ਤਕੜਾ ਕਰਨਾ। ਬਾਬਾ ਸਾਹਿਬ ਦੀ ਮੂਵਮੈਂਟ ਜਿਹੜੀ ਹੈ ਇਹ ਇੱਕ ਇਨਸਾਨੀ ਮੂਵਮੈਂਟ ਹੈ, ਮਾਨਵਤਾ ਦੀ ਮੂਵਮੈਂਟ ਹੈ, ਮਾਨਵਤਾ ਦੀ ਲਹਿਰ ਹੈ। ਇਹ ਭਗਵਾਨ ਬੁੱਧ ਦੀ ਮਾਨਵਤਾ ਦੀ ਲਹਿਰ ਹੈ। ਇਹ ਆਪਾਂ ਜਾਤੀ ਵਿਹੀਨ ਸਮਾਜ ਬਣਾਉਣਾ, ਆਪਾਂ ਭੇਦਭਾਵ ਨਹੀਂ ਕਰਨਾ। ਪਹਿਲਾਂ ਆਪਾਂ ਨੂੰ ਆਪੋ 'ਚ ਹੀ ਭੇਦਭਾਵ ਕਰ ਦੇਣਾ ਚਾਹੀਦਾ, ਆਪਾਂ ਸਭ ਇਕੱਠੇ ਹੀ ਹਾਂ। ਤੇ ਇਸ ਕਰਕੇ ਜਿਹੜੀਆਂ ਸੋ ਕਾਰਡ ਨੀਚੀਆਂ ਜਾਤੀਆਂ, ਵਾਲਮੀਕੀ ਭਰਾ ਆ, ਮਾਝਵੀ ਭਰਾ ਆ, ਸਿਗਲੀਗਰ ਹੈ, ਖਰਾ ਕਿੰਨੀਆਂ ਜਾਤੀਆਂ ਹੈਗੀ ਸਾਡੇ ਵਿੱਚ, ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਸ ਵੇਲੇ ਕਾਫੀ ਜਾਗਰਤੀ ਆ ਗਈ ਹੈ, ਰੋਸ਼ਨੀ ਆ ਗਈ ਹੈ, ਔਰ ਸਾਡੇ ਵਿੱਚ ਰੋਸ਼ਨ ਦਿਮਾਗ ਆਦਮੀ ਪੈਦਾ ਹੋ ਗਏ ਆ। ਔਰ ਇਹ ਵੀ ਇੱਕ ਬਹੁਤ ਅੱਛੀ ਨਿਸ਼ਾਨੀ ਹੈ। ਇਹੋ ਹੀ ਬਾਬਾ ਸਾਹਿਬ ਚਾਹੁੰਦੇ ਸੀਗੇ ਤੇ ਪਰ ਅਸਲੀ ਬਾਬਾ ਸਾਹਿਬ ਦਾ ਸੁਪਨਾ ਤਦ ਪੂਰਾ ਹੋਣਾ ਜਿਹੜਾ ਉਹਨਾਂ ਨੇ ਇੱਕ ਨਾਅਰਾ ਲਾਇਆ ਸੀ ਕਿ ਐਜੂਕੇਟ, ਐਜੀਟੇਟ, ऑर्गेनाइज। बिल्कुल। पढ़ो लिखो जी, संघर्ष करो, बिल्कुल, ते जुड़ो। बिल्कुल जी। ये एक गोल्डन प्रिंसीपल है। ते आज मैं एक होर बधाई भी देना, जे इंग्लैंड वालियां नूं ये सुनदा होवे जो मैं कह रहा, सुनदा जी, सुन रहा ना मैनू, मैं उन्हां वास्ते एक बधाई देना चाहुंदा इंग्लैंड वालियां नूं। बधाई ये आ कि आ थोड़ा चिकर होया ਮਹਿੰਦਰ ਕੌਰ ਮਿੱਡਾ, ਇੱਕ ਸਾਡੀ ਦਲਿਤ ਲੜਕੀ ਆ ਜੀ, ਉਹ ਇੰਗਲੈਂਡ ਰਹਿੰਦੀ ਆ, ਲੇਬਰ ਪਾਰਟੀ ਦੀ ਉਹ ਕਾਉਂਸਲਰ ਹੈ, ਉਹ ਵੈਸਟ ਲੰਡਨ ਦੀ ਮੇਅਰ ਬਣ ਗਈ ਆ। ਲੰਡਨ ਦਾ ਵੈਸਟ ਬੋਰੋ ਜਿਹੜਾ, ਲੰਡਨ ਦਾ ਵੈਸਟ ਬੋਰੋ ਜਿਹੜਾ, ਉਹਦੀ ਉਹ ਮੇਅਰ ਬਣੀ ਹੈ ਜੀ। ਤੇ ਸੰਤੋਸ਼ ਦਾਸ ਲੜਕੀ ਸਾਡੀ ਉੱਥੇ ਇੰਗਲੈਂਡ ਦੀ, ਉਹ ਵੀ ਬੜੀ ਸੋਸ਼ਲ ਵਰਕਰ ਹੈ ਜੀ। ਉਹਦਾ ਇੱਕ ਆਰਟੀਕਲ ਛਪਿਆ ਪਰਸੋਂ ਆਪਣੇ ਹਿੰਦੁਸਤਾਨ ਟਾਈਮ ਦੇ ਵਿੱਚ ਜੀ, ਪਰਸੋਂ। ਉਹ ਮੈਂ ਆਰਟੀਕਲ ਪੜ੍ਹਿਆ ਸੀ, ਮੇਰਾ ਮਨ ਬੜਾ ਖੁਸ਼ ਹੋਇਆ ਕਿ ਪਹਿਲੀ ਵਾਰੀ ਇੰਗਲੈਂਡ ਦੇ ਵਿੱਚ, ਇੰਗਲੈਂਡ ਦੇ ਵੈਸਟ ਬੋਰੋ ਦੀ ਸਾਡੀ ਲੇਬਰ ਕਾਉਂਸਲਰ ਜਿਹੜੀ ਆ ਮਹਿੰਦਰ ਕੌਰ ਮਿੱਡਾ, ਉਹ ਮੇਅਰ ਬਣੀ ਆ।
ਪਹਿਲੀ ਵਾਰੀ। ਜੀ ਤੇ ਮੈਂ ਉਹ ਕੁੜੀ ਨੂੰ ਵੀ ਵਧਾਈ ਬਹੁਤ ਦਿੰਦਾ, ਜੀ ਸੰਤੋਸ਼ ਦਾਸ ਨੂੰ ਵੀ ਵਧਾਈਆਂ ਬਹੁਤ ਦਿੰਦਾ, ਜੀ ਸਾਰੇ ਸਮਾਜ ਨੂੰ ਜਿਹੜਾ ਸਾਡਾ ਇੰਗਲੈਂਡ ਬੈਠਾ ਉਹਨਾਂ ਨੂੰ ਬਹੁਤ ਵਧਾਈ ਦਿੰਦਾ ਕਿ ਤੁਸੀਂ ਗਏ ਹੋ, ਤੁਸੀਂ ਮੂਵਮੈਂਟ ਜਿਹੜੀ ਬਾਬਾ ਸਾਹਿਬ ਦੀ ਨਹੀਂ ਛੱਡੀ, ਜੀ ਤੁਸੀਂ ਉਹ ਜਿਹੜਾ ਲੀਡਰਸ਼ਿਪ ਦਾ ਜਿਹੜਾ ਇੰਨਾ ਮਾਣ ਸਤਿਕਾਰ ਮਿਲਿਆ। ਬਾਕੀ ਸਾਰੇ ਸਿੱਖਾਂ ਦੇ ਵੀ ਹੈਗੇ ਆ, ਹਿੰਦੂਆਂ ਦੇ ਵੀ ਹੈਗੇ ਉੱਥੇ, ਕਈ ਕਈ ਹੈਗੇ ਆ, ਪਰ ਇਹ ਪਹਿਲੀ ਵਾਰੀ ਸਾਡੀ ਬਣੀ ਆ। ਤੇ ਹੋਰ ਵੀ ਸਾਡੇ ਕੋਲ ਛੋਟੇ ਛੋਟੇ ਮੈਂਬਰ ਹੈਗੇ ਆ ਐਡਨਬਰੋ ਵਿੱਚ ਮਿਲੇ ਕਈ, ਪਰ ਇਹ ਪਹਿਲੀ ਵਾਰੀ ਮੇਅਰ ਬਣੀ ਆ। ਤੇ ਮੈਂ ਇੰਗਲੈਂਡ ਵਾਸੀਆਂ ਨੂੰ ਵਧਾਈ ਬਹੁਤ ਦਿੰਦਾ ਕਿ ਤੁਸੀਂ ਇਹ ਹਿੰਮਤ ਕਰਕੇ, ਖਾਸ ਕਰਕੇ ਸੰਤੋਸ਼ ਦਾਸ ਨੂੰ। ਸੰਤੋਸ਼ ਦਾਸ ਤਾਂ ਇੰਨੀ ਵਧੀਆ ਲੜਕੀ ਹੈ, ਉਹ ਜਦੋਂ ਕਿਤੇ ਜਲੰਧਰ ਆਵੇ ਤੇ ਸਾਡੇ ਇੱਥੇ ਅੰਬੇਡਕਰ ਭਵਨ ਟਰੱਸਟ ਵਿੱਚ ਆਉਂਦੀ ਹੁੰਦੀ ਹੈ, ਮੈਂ ਉਹਦਾ ਮੈਂਬਰ ਹਾਂ। ਤੇ ਅਸੀਂ ਇੱਕ ਦੋ ਵਾਰੀ ਉਹਦਾ ਉੱਥੇ ਮਾਣ ਸਤਿਕਾਰ ਵੀ ਕੀਤਾ ਜੀ। ਉਹ ਵੀ ਉੱਥੇ ਅੱਛੀ, ਇੱਕ ਹੁਣ ਉਹ ਕੋਈ ਕਿਤਾਬ ਲਿਖ ਰਹੇ ਆ, ਉਸ ਕਿਤਾਬ ਦੇ ਵਿੱਚ ਉਹਦਾ ਇੱਕ ਆਰਟੀਕਲ ਲਾ ਰਿਹਾ। ਤੇ ਮੈਂ ਉਹਨਾਂ ਨੂੰ ਵੀ ਬਹੁਤ ਕਹਿੰਦੇ ਕਿ ਬਾਬਾ ਸਾਹਿਬ ਤੁਹਾਨੂੰ ਜੀਣੇ ਜਾਗਦੇ ਰੱਖ, ਭਗਵਾਨ ਬੁੱਧ ਤੁਹਾਡੇ 'ਤੇ ਹੱਥ ਰੱਖਣ, ਗੁਰੂ ਰਵਿਦਾਸ ਜੀ ਤੁਹਾਡੇ 'ਤੇ ਮਿਹਰ ਭਰੇ ਹੱਥ ਰੱਖਣ, ਤੁਸੀਂ ਜੁਗ ਜੁਗ ਜੀਓ ਔਰ ਤਰੱਕੀ ਕਰੋ। ਜੈ ਭੀਮ, ਜੈ ਭਾਰਤ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਹੁਣੇ ਆਪਣੇ ਜਿਹੜੇ ਇਹਨਾਂ ਨੇ ਜ਼ਿੰਦਗੀ ਦੇ ਤਜਰਬੇ ਉਹ ਸਾਂਝੇ ਕੀਤੇ ਡਾਕਟਰ ਰਾਮ ਲਾਲ ਜੱਸੀ ਜੀ, ਔਰ ਕਿਵੇਂ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ ਸਮੇਂ-ਸਮੇਂ 'ਤੇ ਆਏ ਸਾਡੇ ਰਹਿਬਰ ਸਾਹਿਬਾਨ, ਉਹਨਾਂ ਨੇ ਕਿਵੇਂ ਮੂਵਮੈਂਟ ਨੂੰ ਅੱਗੇ ਲੈ ਕੇ ਆਂਦਾ, ਸਮਾਜ ਦੇ ਵਿੱਚ ਤਬਦੀਲੀ ਲੈ ਕੇ ਆਂਦੀ ਹੈ। ਤੇ ਤੁਸੀਂ ਵਿਚਾਰ ਸੁਣੇ ਨੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਕਦੇ ਕੋਈ ਟਾਈਮ ਮਿਲ, ਫਿਰ ਕਦੇ ਗੱਲ ਕਰਾਂਗੇ, ਜਦੋਂ ਫਿਰ ਟਾਈਮ ਮਿਲੂਗਾ। ਬਿਲਕੁਲ ਜੀ। ਆਪਾਂ ਹਮੇਸ਼ਾ ਹੀ ਸਾਡੇ ਸਮਾਜ ਦੇ ਜਿਹੜੇ ਬਜ਼ੁਰਗ ਮੇ ਤੋਂ ਕਹਿ ਹੋ ਜਾਂਦਾ, ਤੇ ਜਿਹੜੇ ਲੀਡਰ ਸਾਹਿਬਾਨ ਹੋਏ ਨੇ ਤੇ ਉਹਨਾਂ ਨੇ ਜਿਹੜੇ ਤਜਰਬੇ ਕੀਤੇ ਨੇ, ਤਜਰਬਿਆਂ ਤੋਂ ਹੀ ਸਿੱਖਦਾ ਹੈ ਇਨਸਾਨ। ਕਿਤਾਬਾਂ ਇਸੇ ਕਰਕੇ ਪੜ੍ਹੀਆਂ ਜਾਂਦੀਆਂ ਨੇ ਕਿ ਸਾਡੇ ਬਜ਼ੁਰਗਾਂ ਨੇ, ਉਹਨਾਂ ਨੇ ਆਪ ਕਿਵੇਂ ਮਿਹਨਤ ਕੀਤੀ, ਕਿਵੇਂ ਇਤਿਹਾਸ ਸਿਰਜਿਆ, ਉੱਥੋਂ ਫਿਰ ਰਸਤੇ ਨਿਕਲਦੇ ਨੇ। ਆਓ ਇਹ ਜਿਹੜੇ ਸਾਡੇ ਪੁਰਾਣੇ ਤਜਰਬੇਕਾਰ ਹੈਗੇ ਨੇ, ਇਹਨਾਂ ਦੇ ਤਜਰਬਿਆਂ ਤੋਂ ਆਪਾਂ ਸਿੱਖੀਏ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਆਪਣੇ ਬਹਾਨੇ ਨਾਲ ਸਾਨੂੰ ਕਹਿ ਗਏ ਨੇ, ਤੇ ਅੱਜ ਦੀ ਸਾਡੀ ਪੋਲੀਟੀਕਲ ਪਾਰਟੀ ਦੇ ਲਈ ਵੀ ਸਾਨੂੰ ਦੱਸ ਕੇ ਗਏ ਨੇ ਕਿ ਗਰਾਊਂਡ ਤਿਆਰ ਹੈ, ਅੱਛੇ ਖਿਡਾਰੀਆਂ ਦੀ ਲੋੜ ਹੈ, ਆਸ ਨਾਲ ਜਿਉਣ ਦੀ ਵੀ ਗੱਲ ਕੀਤੀ ਹੈ। ਤੇ ਇਸੇ ਹੀ ਆਸ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ।